ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਿਵਾਜ, ਕਿਛ ਰੂਪ ਨਹੀਂ, ਕਿਛ ਜਾਤ ਨਾਹੀ, ਕਿਛ ਢੰਗ ਨਾ ਮੇਰਾ। ਕਿਆ ਮੂੰਹ ਲੈ ਬੋਲਾਂ ਗੁਣ ਬਿਹੂਣ, ਨਾਮ ਜਪਿਆ ਨਾ ਤੇਰਾ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਆਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਪਤਿਤ ਪਾਵਨ ਕਿਰਪਾ ਨਿਧਾਨ ਵਾਲੀਏ ਕੁਲ ਆਲਮ, ਗਿਆਨ ਦੇ ਸਾਗਰ ਗੁਰਬਾਣੀ ਦੇ ਮੁਜੱਸਮੇ ਸਰਵਰੇ ਕਾਇਨਾਤ, ਦੀਨ ਦੁਨੀਆ ਦੇ ਪਾਤਸ਼ਾਹ, ਦੀਨ ਦੁਨੀਆ ਦੇ ਰਹਿਬਰ, ਸਮੁੱਚੀ ਮਾਨਵਤਾ ਦੀ ਇਕਲੌਤੀ ਆਸ ਹਾਜ਼ਰ ਨਾਜ਼ਰ ਸਤਿਗੁਰੂ, ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਸੰਤਾਂ ਦੇ ਸੰਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਬਾਰਗਾਹ ਦੇ ਅੰਦਰ ਸੁਸ਼ੋਭਿਤ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਜੀ ਕਾ ਖਾਸ ਰੂਪ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਡਭਾਗੇ ਹਾਂ, ਵੱਡੇ ਭਾਗ ਨੇ ਸਾਡੇ ਸਾਰਿਆਂ ਦੇ, ਜੋ ਸਾਹਿਬਾਂ ਦੀ ਪਾਵਨ
ਗੋਦ ਵਿੱਚ ਬੈਠ ਕੇ ਜੀਵਨ ਦੀਆਂ ਇਹ ਘੜੀਆਂ ਸਫਲੀਆਂ ਕਰ ਰਹੇ ਹਾਂ। ਸਦ ਸੰਗਤ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਬਖਸ਼ਿਸ਼ ਕਰਦੇ ਨੇ। ਭਾਈ ਸਾਹਿਬ ਕਹਿੰਦੇ ਨੇ, ਖੁਸ਼ ਬਵਦ ਉਮਰ ਕੇ ਦਰਿਆਦ ਬੇਗੁਜ਼ਰਦ, ਵਰਨੈ ਚੈ ਹਾਸਲ ਅਸਤ ਅਜੀ ਗੁੰਬਦੇ ਕਬੂਦ ਮਰਾ। ਭਾਵ ਜ਼ਿੰਦਗੀ ਦਾ ਉਹ ਸਮਾਂ ਸਭ ਤੋਂ ਵਧੀਆ ਹੈ, ਸਭ ਤੋਂ ਚੰਗਾ ਹੈ, ਸਭ ਤੋਂ ਭਾਗਾਂ ਵਾਲਾ ਹੈ, ਜਿਹੜਾ ਸਮਾਂ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਗੁਜ਼ਾਰਿਆ ਜਾਵੇ। ਆਪਾਂ ਜਿਤਨੇ ਵੀ ਮਾਈ ਭਾਈ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ, ਸਾਡੇ ਸਭ ਦੇ ਹੀ ਵੱਡੇ ਭਾਗ ਨੇ ਜੋ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰਨ ਦਾ ਇਹ ਸੁਭਾਗ ਸਮਾਂ, ਇਹ ਸੁਭਾਗ ਅਵਸਰ ਪ੍ਰਾਪਤ ਹੋਇਆ ਹੈ। ਜਿਹਨੂੰ ਭਗਤ ਕਬੀਰ ਸਾਹਿਬ ਕਹਿੰਦੇ, ਕਬੀਰ ਏਕ ਘਰੀ ਆਦਿ ਘਰੀ, ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸਟੇ, ਜੋ ਕੀਨੇ ਸੋ ਲਾਭ। ਕੋਈ ਮਨੁੱਖ ਅੱਧੀ ਤੋਂ ਅੱਧੀ ਘੜੀ, ਅੱਧੀ ਤੋਂ ਅੱਧੀ ਘੜੀ ਗੁਰੂ ਦੀ ਸੰਗਤ ਵਿੱਚ ਬੈਠ ਜਾਵੇ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਸਾਰੀ ਜ਼ਿੰਦਗੀ ਉਹਨੂੰ ਲਾਭ ਹੀ ਲਾਭ ਪ੍ਰਾਪਤ ਹੁੰਦਾ ਹੈ। ਸਦ ਸੰਗਤ ਆਪਾਂ ਸਾਰੇ ਰਲ ਮਿਲ ਕੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਾਰ ਫਰਜ਼ੰਦ ਬਾਬਾ ਅਜੀਤ ਸਿੰਘ ਸਾਹਿਬ, ਬਾਬਾ ਜੁਝਾਰ ਸਿੰਘ ਸਾਹਿਬ, ਬਾਬਾ ਜੋਰਾਵਰ ਸਿੰਘ ਸਾਹਿਬ ਤੇ ਬਾਬਾ ਫਤਿਹ ਸਿੰਘ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਆਪ ਸਰਬੱਤ ਸੰਗਤਾਂ ਦੂਸਰੇ ਦਿਨ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਜਿੱਥੋਂ ਦਾਸ ਨੇ ਰਾਤੀ ਇਤਿਹਾਸ ਦੀ ਲੜੀ ਛੱਡੀ ਸੀ, ਉੱਥੋਂ ਹੀ ਦਾਸ ਨੇ ਇਤਿਹਾਸ ਦੀ ਲੜੀ ਜੋ ਹੈ ਉਹ ਪ੍ਰਾਰੰਭ ਕਰਨੀ ਹੈ। ਮੇਰੇ ਤੋਂ ਪਹਿਲਾਂ ਬੜੇ ਪਿਆਰ ਦੇ ਨਾਲ ਆਪ ਸਰਬੱਤ ਸੰਗਤਾਂ ਨੇ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਆਓ ਭਾਗਾਂ ਵਾਲਿਓ, ਕੁਝ ਸਮਾਂ ਦਾਸ ਨੇ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣੀ ਹੈ। ਬੜੇ ਪਿਆਰ ਦੇ ਨਾਲ, ਬੜੀ ਭਾਵਨਾ ਦੇ ਨਾਲ ਆਪਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਵਿਚਾਰਾਂ ਸਰਵਣ ਕਰਨੀਆਂ ਨੇ। ਕਥਾ ਵਾਸਤੇ ਇੱਕ ਮਾਹੌਲ ਚਾਹੀਦਾ ਹੈ। ਜਿੰਨਾ ਚਿਰ ਉਹ ਮਾਹੌਲ ਨਾ ਬਣੇ, ਨਾ ਤੇ ਬੋਲਣ ਵਾਲੇ ਨੂੰ ਆਨੰਦ ਆਉਂਦਾ ਹੈ, ਨਾ ਸੁਣਨ ਵਾਲਿਆਂ ਨੂੰ ਆਨੰਦ ਆਉਂਦਾ ਹੈ, ਨਾ ਬਕਤੇ ਨੂੰ ਆਨੰਦ ਆਉਂਦਾ ਹੈ ਤੇ ਨਾ ਸਰੋਤਿਆਂ ਨੂੰ ਆਨੰਦ ਆਉਂਦਾ ਹੈ। ਇਸ ਕਰਕੇ ਆਪਾਂ ਉਹ ਮਾਹੌਲ ਬਣਾਉਣਾ ਹੈ ਤਾਂ ਜੋ ਦਾਸ ਨੂੰ ਵੀ ਕਥਾ ਕਰਨ ਦਾ ਆਨੰਦ ਆਵੇ ਤੇ ਆਪ ਸਰਬੱਤ ਸੰਗਤਾਂ ਨੂੰ ਇਤਿਹਾਸ ਸਰਵਣ ਕਰਨ ਦਾ ਆਨੰਦ ਆਵੇ। ਸੋ ਆਓ ਗੁਰੂ ਸਾਹਿਬ ਕਿਰਪਾ ਕਰਨ। ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਦਸ਼ਮੇਸ਼ ਪਿਤਾ ਸਰਬੰਸ ਦਾਨੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ ਜੀ। ਇੱਕੋ ਵਾਰੀ ਕਹਿਣ ਤੇ ਬੁਲਾਓ ਜੀ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ, ਰਾਤ ਦੇ ਦੀਵਾਨਾਂ ਦੇ ਵਿੱਚ ਮੈਂ ਬੇਨਤੀ ਕੀਤੀ ਸੀ ਕਿ ਜਦੋਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ, ਉਸ ਤੋਂ ਬਾਅਦ
ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਫੌਜਾਂ ਤਿਆਰ ਕਰਦੇ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨਗਾਰਾ ਤਿਆਰ ਕਰਵਾਉਂਦੇ ਨੇ, ਤੇ ਜਦੋਂ ਉਹ ਨਗਾਰਾ ਸਵੇਰੇ ਸ਼ਾਮ ਵੱਜਦਾ ਏ ਪਹਾੜੀ ਰਾਜਿਆਂ ਦੇ ਦਿਲ ਕੰਬਦੇ ਨੇ। ਆਨੰਦਪੁਰ ਦੀ ਧਰਤੀ ਤੇ ਖਾਲਸੇ ਦਾ ਨਿਸ਼ਾਨ ਝੂਲਦਾ ਏ, ਤੇ ਉਹ ਨਿਸ਼ਾਨ ਪਹਾੜੀ ਰਾਜਿਆਂ ਨੂੰ ਚੁੱਭਦਾ ਏ, ਪਹਾੜੀ ਰਾਜਿਆਂ ਨੂੰ ਚੰਗਾ ਨਹੀਂ ਲੱਗਦਾ। ਸਾਧ ਸੰਗਤ, ਜੇ ਮੈਂ ਅੱਜ ਦੀ ਗੱਲ ਕਰਾਂ ਤੇ ਅੱਜ ਵੀ ਕਈਆਂ ਨੂੰ ਸਾਡਾ ਜੋ ਨਿਸ਼ਾਨ ਸਾਹਿਬ ਹੈ ਉਹ ਚੁੱਭਦਾ ਏ, ਬਹੁਤਿਆਂ ਨੂੰ ਚੰਗਾ ਨਹੀਂ ਲੱਗਦਾ। ਹੁਣ ਸਾਧ ਸੰਗਤ ਧਿਆਨ ਦੇਣਾ, ਇਹਨਾਂ ਪਹਾੜੀ ਰਾਜਿਆਂ ਨੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਪਹਿਲੀ ਜੰਗ ਕੀਤੀ, ਜਿਹਨੂੰ ਆਪਾਂ ਭੰਗਾਣੀ ਦਾ ਯੁੱਧ ਕਹਿੰਦੇ ਆ। ਜਿੱਥੋਂ ਜੰਗਾਂ ਦਾ ਦੌਰ ਸ਼ੁਰੂ ਹੋਇਆ, ਯੁੱਧਾਂ ਦਾ ਦੌਰ ਸ਼ੁਰੂ ਹੋਇਆ। ਇੱਥੇ ਮੈਂ ਇੱਕ ਬੇਨਤੀ ਕਰਾਂਗਾ, ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦੇ ਨਾਂ ਤੇ ਇਹ ਗੁਰਦੁਆਰਾ ਬਣਿਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਂ ਤੇ ਇਹ ਗੁਰਦੁਆਰਾ ਹੈ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦੇ ਬਾਬਤ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਦਸਤਗੀਰ ਹੋਏ ਪੰਜ ਪੀਰ, ਹਰ ਗੁਰ ਹਰ ਗੋਬਿੰਦ ਅਤੁਲਾ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ, ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਭਾਗਾਂ ਵਾਲਿਓ ਤਾਰਾ ਚੰਦ ਨੂੰ ਰਿਹਾ ਕਰਵਾਉਂਦੇ ਨੇ। ਤਾਰਾ ਚੰਦ ਦਾ ਪੁੱਤ ਹੈ ਦੀਪ ਚੰਦ, ਤੇ ਦੀਪ ਚੰਦ ਦਾ ਪੁੱਤ ਹੈ ਭੀਮ ਚੰਦ। ਫਿਰ ਬੇਨਤੀ ਸਰਵਣ ਕਰਿਓ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾਉਂਦੇ ਨੇ। ਉਹਨਾਂ 52 ਰਾਜਿਆਂ ਦਾ ਮੁਖੀ ਹੈ ਤਾਰਾ ਚੰਦ, ਜਿਹੜਾ ਪਹਾੜੀ ਰਾਜਾ ਹੈ। ਤਾਰਾ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਰਿਹਾ ਕਰਵਾਉਂਦੇ ਨੇ। ਤਾਰਾ ਚੰਦ ਦਾ ਪੁੱਤ ਹੈ ਦੀਪ ਚੰਦ, ਤੇ ਦੀਪ ਚੰਦ ਦਾ ਪੁੱਤ ਹੈ ਭੀਮ ਚੰਦ। ਇੱਧਰ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਨੇ ਗੁਰੂ ਤੇਗ ਬਹਾਦਰ ਮਹਾਰਾਜ, ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੁਪੁੱਤਰ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ। ਹੁਣ ਗੁਰੂ ਹਰਗੋਬਿੰਦ ਸਾਹਿਬ ਤਾਰਾ ਚੰਦ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਉਂਦੇ ਨੇ, ਤੇ ਤਾਰਾ ਚੰਦ ਦਾ ਪੋਤਰਾ ਹੈ ਭੀਮ ਚੰਦ, ਤੇ ਇੱਧਰ ਰਿਹਾ ਕਰਵਾਉਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ। ਤੇ ਸਾਧ ਸੰਗਤ, ਭੀਮ ਚੰਦ ਗੁਰੂ ਸਹਿਬਾਨਾਂ ਦੇ ਕੀਤੇ ਹੋਏ ਪਰ ਉਪਕਾਰਾਂ ਨੂੰ ਭੁੱਲ ਕੇ, ਉਹਨੂੰ ਚੇਤਾ ਹੀ ਭੁੱਲ ਗਿਆ ਭੀਮ ਚੰਦ ਨੂੰ, ਕਿ ਮੇਰੇ ਦਾਦਾ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਕਰਵਾਇਆ ਸੀ। ਏਡਾ ਵੱਡਾ ਪਰ ਉਪਕਾਰ ਕੀਤਾ ਸਾਡੇ ਉੱਤੇ, ਸਾਡੇ ਪਰਿਵਾਰ ਦੇ ਉੱਤੇ, ਤੇ ਸਾਰੇ ਪਰ ਉਪਕਾਰ ਭੁੱਲ ਕੇ ਅੱਜ ਭੀਮ ਚੰਦ ਉਸੇ ਦਾਦੇ ਦੇ ਪੋਤਰੇ ਦੇ ਉੱਤੇ ਹਮਲਾ ਕਰਦਾ ਏ, ਉਹਨਾਂ ਨਾਲ ਪਹਿਲਾ ਯੁੱਧ ਲੜਦਾ ਏ, ਜਿਸ ਦਾਦੇ ਦੇ ਪੋਤਰੇ ਨੇ, ਜਿਸ ਪੋਤਰੇ ਦੇ ਦਾਦੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭੀਮ ਚੰਦ ਦੇ ਦਾਦੇ ਤਾਰਾ ਚੰਦ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਇਆ ਸੀ। ਸਾਧ ਸੰਗਤ, ਪਹਿਲਾ ਯੁੱਧ ਭੰਗਾਣੀ ਦਾ ਯੁੱਧ, ਪਹਿਲੀ ਜੰਗ ਭੰਗਾਣੀ ਦੀ ਜੰਗ। ਇੱਥੋਂ ਯੁੱਧਾਂ ਦਾ ਦੌਰ ਸ਼ੁਰੂ ਹੁੰਦਾ ਹੈ, ਜੰਗਾਂ ਦਾ ਦੌਰ ਸ਼ੁਰੂ ਹੁੰਦਾ ਹੈ, ਤੇ ਸਮਾਂ ਆਉਂਦਾ ਹੈ ਸਨ 1704 ਦਾ। ਸਮਾਂ ਆਉਂਦਾ ਹੈ ਸਨ 1704 ਦਾ। 1704 ਦੇ ਵਿੱਚ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਨੇ, ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ। 1704 ਮਈ ਮਹੀਨੇ ਦੇ ਵਿੱਚ ਮੁਗਲ ਫੌਜਾਂ ਤੇ ਪਹਾੜੀ ਰਾਜੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਉਂਦੇ ਨੇ।
ਤੇ ਸਾਡਾ ਇਤਿਹਾਸ ਕਹਿੰਦਾ ਏ ਲਗਭਗ 7 ਮਹੀਨੇ ਇਹ ਘੇਰਾ ਚੱਲਿਆ। 7 ਮਹੀਨੇ ਮਈ ਦੇ ਵਿੱਚ ਘੇਰਾ ਪਾਇਆ ਤੇ ਦਸੰਬਰ ਮਹੀਨੇ ਤੱਕ ਇਹ ਘੇਰਾ ਚੱਲਿਆ ਜਿਹੜਾ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਨੇ ਆਨੰਦਪੁਰ ਸਾਹਿਬ ਨੂੰ ਪਾਇਆ। ਹੁਣ ਸਾਧ ਸੰਗਤ ਧਿਆਨ ਦੇਣਾ, ਅੱਜ ਕਈ ਦਿਨ ਹੋ ਗਏ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ। ਜੋ ਕੁਝ ਵੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ, ਸਿੰਘਾਂ ਦੇ ਕੋਲ ਕਿਲੇ ਦੇ ਅੰਦਰ ਖਾਣ ਵਾਸਤੇ ਸੀ, ਉਹ ਸਾਰਾ ਕੁਝ ਖਤਮ ਹੋ ਗਿਆ। ਇੱਥੋਂ ਤੱਕ ਜਿਹੜਾ ਪੀਣ ਵਾਲਾ ਪਾਣੀ ਸੀ ਉਹ ਵੀ ਕਿਲੇ ਦੇ ਅੰਦਰੋਂ ਖਤਮ ਹੋ ਗਿਆ। ਤੇ ਆਨੰਦਪੁਰ ਸਾਹਿਬ ਨੂੰ ਜਿਹੜਾ ਪਾਣੀ ਵਾਲਾ ਸੂਆ ਜਾਂਦਾ ਸੀ, ਪਾਣੀ ਵਾਲੀ ਨਹਿਰ ਜਾਂਦੀ ਸੀ, ਉਹ ਵੀ ਇਹਨਾਂ ਨੇ ਮਿੱਟੀ ਦੇ ਨਾਲ ਪੂਰ ਦਿੱਤੀ ਤੇ ਉਹਦਾ ਮੂੰਹ ਕਿਸੇ ਹੋਰ ਪਾਸੇ ਵੱਲ ਕਰ ਦਿੱਤਾ, ਕਿਸੇ ਹੋਰ ਪਾਸੇ ਵੱਲ ਕਰ ਦਿੱਤਾ ਵੀ ਨਾ ਤੇ ਹੁਣ ਅੰਦਰ ਖਾਣ ਵਾਸਤੇ ਪ੍ਰਸ਼ਾਦਾ ਹੈ ਤੇ ਨਾ ਪੀਣ ਵਾਸਤੇ ਪਾਣੀ ਹੈ। ਤੇ ਇਹਨਾਂ ਭੁੱਖ ਦੇ ਸਤਾਇਆਂ ਨੇ ਪਿਆਸ ਤੋਂ ਦੁਖੀ ਹੋ ਕੇ, ਕਿਉਂਕਿ ਗਰਮੀਆਂ ਦੇ ਦਿਨ ਨੇ, ਗਰਮੀਆਂ ਦੇ ਦਿਨ ਨੇ, ਆਪਾਂ ਸਾਰੇ ਜਾਣਦੇ ਆ ਸਾਧ ਸੰਗਤ, ਲਗਭਗ ਮਈ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਗਰਮੀ ਜਿਹੜੀ ਹੈ ਨਾ ਭਰ ਜੋਬਨ ਦੇ ਵਿੱਚ ਹੁੰਦੀ ਹੈ ਤੇ ਉਹ ਜਿਹੜੀ ਗਰਮੀ ਹੈ ਉਹ ਬਰਦਾਸ਼ਤ ਕਰਨੀ ਬਹੁਤ ਮੁਸ਼ਕਲ ਹੈ। ਔਰ ਲਗਭਗ ਮਈ, ਜੂਨ, ਜੁਲਾਈ ਤੇ ਅਗਸਤ, ਇਹ 4 ਮਹੀਨੇ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ, ਬਹੁਤ ਕਹਿਰਾਂ ਦੀ ਗਰਮੀ ਪੈਂਦੀ ਹੈ। ਤੇ ਮੈਂ ਕਹਿੰਦਾ ਬੰਦਾ ਦਿਹਾੜੀ ਦੇ ਵਿੱਚ ਨਾ, ਦਿਹਾੜੀ ਦੇ ਵਿੱਚ 20-20, 25-25 ਗਲਾਸ ਪਾਣੀ ਦੇ ਪੀਂਦਾ, ਇੰਨੀ ਗਰਮੀ ਪੈਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੀ ਧਰਤੀ ਤੇ। ਹੁਣ ਸਾਧ ਸੰਗਤ ਧਿਆਨ ਦੇਣਾ, ਨਾ ਖਾਣ ਵਾਸਤੇ ਪ੍ਰਸ਼ਾਦਾ ਹੈ, ਨਾ ਪੀਣ ਵਾਸਤੇ ਪਾਣੀ ਹੈ, ਉੱਤੋਂ ਮਈ ਦਾ ਮਹੀਨਾ ਹੈ ਤੇ ਕਹਿਰਾਂ ਦੀ ਗਰਮੀ ਹੈ, ਕਹਿਰਾਂ ਦੀ ਗਰਮੀ। ਇਹ ਮੁਗਲ ਤੇ ਪਹਾੜੀ ਰਾਜੇ ਸੋਚਦੇ ਨੇ ਕਿ ਜਦੋਂ ਇਹਨਾਂ ਨੂੰ ਖਾਣ ਵਾਸਤੇ ਪ੍ਰਸ਼ਾਦਾ ਨਾ ਮਿਲਿਆ, ਇਹਨਾਂ ਨੂੰ ਪੀਣ ਵਾਸਤੇ ਪਾਣੀ ਨਾ ਮਿਲਿਆ, ਇਹਨਾਂ ਭੁੱਖ ਦੇ ਸਤਾਇਆਂ ਨੇ ਸਾਡੇ ਅੱਗੇ ਹੱਥ ਜੋੜ ਦੇਣੇ ਨੇ, ਸਾਡੇ ਅੱਗੇ ਗੋਡੇ ਟੇਕ ਦੇਣੇ ਨੇ ਤੇ ਇਹਨਾਂ ਨੇ ਆਨੰਦਪੁਰ ਨੂੰ ਖਾਲੀ ਕਰ ਦੇਣਾ ਹੈ, ਇਹਨਾਂ ਨੇ ਆਨੰਦਪੁਰ ਛੱਡ ਦੇਣਾ ਹੈ। ਕਿੰਨੇ ਕੁ ਦਿਨ ਰਹਿਣਗੇ ਪ੍ਰਸ਼ਾਦੇ ਤੋਂ ਬਿਨਾ, ਪਾਣੀ ਤੋਂ ਬਿਨਾ? ਪਰ ਧਿਆਨ ਦੇਣਾ ਸਾਧ ਸੰਗਤ, ਉਹ ਪਹਾੜੀ ਰਾਜੇ, ਉਹ ਮੁਗਲ ਫੌਜਾਂ ਇਹ ਨਹੀਂ ਸਨ ਜਾਣਦੇ ਵੀ ਇਹ ਭੁੱਖ ਦੇ ਸਤਾਏ ਨਹੀਂ, ਇਹ ਭੁੱਖ ਦੇ ਸਤਾਏ ਨਹੀਂ, ਇਹ ਤੇ ਹਰ ਰੋਜ਼ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੇ ਪਾਠ ਵਿੱਚ ਪੜ੍ਹਦੇ ਨੇ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭੇਦ ਦਾਤ ਤੇਰੀ ਦਾਤਾਰ। ਧਿਆਨ ਦੇਣਾ ਸਾਧ ਸੰਗਤ, ਮੈਂ ਇਸ ਪੰਕਤੀ ਦੇ ਥੋੜੇ ਜਿਹੇ ਅਰਥ ਕਰਾਂਗਾ, ਥੋੜੀ ਜਿਹੀ ਇਹਦੀ ਵਿਆਖਿਆ ਕਰਾਂਗਾ। ਕਈ ਵਾਰੀ ਨਾ ਅਸੀਂ ਘਰ ਬਣਾਉਂਦੇ ਆ, ਕਈ ਵਾਰੀ ਅਸੀਂ ਘਰ ਬਣਾਉਂਦੇ ਆ ਤੇ ਘਰ ਦੇ ਬਾਹਰ ਅਸੀਂ ਇੱਕ ਪਲੇਟ ਦੇ ਉੱਤੇ ਇਹ ਪੰਕਤੀ ਲਿਖ ਦਿੰਦੇ ਆ, ਇਹ ਭੇਦ ਦਾਤ ਤੇਰੀ ਦਾਤਾਰ। ਕਈ ਵਾਰੀ ਅਸੀਂ ਮੰਨ ਲਓ ਵੱਡਾ ਸਾਰਾ ਟਰਾਲਾ ਲਿਆ, ਉਹਦੇ ਪਿੱਛੇ ਪੰਕਤੀ ਲਿਖਾ ਦਿੱਤੀ, ਇਹ ਭੇਦ ਦਾਤ ਤੇਰੀ ਦਾਤਾਰ। ਤੇ ਆਮ ਜਿਹੜੀਆਂ ਕਾਰਾਂ ਨੇ ਨਾ, ਮੈਂ ਬਹੁਤੀਆਂ ਕਾਰਾਂ ਦੇ ਪਿੱਛੇ ਸ਼ੀਸ਼ੇ ਦੇ ਉੱਤੇ ਇਹ ਪੰਕਤੀਆਂ ਲਿਖੀਆਂ ਵੇਖੀਆਂ ਨੇ, ਇਹ ਭੇਦ ਦਾਤ ਤੇਰੀ ਦਾਤਾਰ। ਮਾਫ ਕਰਨਾ ਸਾਧ ਸੰਗਤ, ਇਹਦੇ ਅਰਥ ਇਹ ਨਹੀਂ, ਇਹਦਾ ਮਤਲਬ ਇਹ ਨਹੀਂ ਵੀ ਅਸੀਂ ਘਰ ਬਣਾਇਆ ਤੇ ਅਸੀਂ ਲਿਖ ਲਿਆ ਇਹ ਭੇਦ ਦਾਤ ਤੇਰੀ ਦਾਤਾਰ, ਗੱਡੀ ਲਈ ਤੇ ਅਸੀਂ ਉਹਦੇ ਪਿੱਛੇ ਲਿਖ ਲਿਆ ਇਹ ਭੇਦ ਦਾਤ ਤੇਰੀ ਦਾਤਾਰ। ਮੈਂ ਨਹੀਂ ਕਹਿੰਦਾ ਵੀ ਸ਼ੁਕਰਾਨਾ ਨਹੀਂ ਕਰਨਾ ਚਾਹੀਦਾ। ਜੇ ਘਰ ਬਣਾਇਆ ਹੈ ਨਾ, ਜੇ ਘਰ ਬਣਾਇਆ ਹੈ, ਜੇ ਗੱਡੀ ਲਈ ਹੈ, ਈਵਨ ਕੋਈ ਵੀ ਦਾਤ ਸਾਨੂੰ ਰੱਬ ਨੇ ਦਿੱਤੀ ਹੈ ਤੇ ਸਾਨੂੰ ਉਸ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ, ਸਾਨੂੰ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਮਹਾਰਾਜ ਨੇ ਤੇ ਕਿਹਾ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ। ਮਹਾਰਾਜ ਕਹਿੰਦੇ ਜਿਸ ਰੱਬ ਨੇ ਸਾਰਾ ਕੁਝ ਦਿੱਤਾ, ਜਿਸ ਪਰਮਾਤਮਾ ਨੇ ਸਾਰਾ ਕੁਝ ਦਿੱਤਾ, ਕਦੀ ਵੀ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹਦਾ ਚੇਤਾ ਨਹੀਂ ਭੁਲਾਉਣਾ, ਉਹਦਾ ਚੇਤਾ ਨਹੀਂ ਭੁਲਾਉਣਾ, ਉਹਨੂੰ ਹਰ ਵੇਲੇ ਯਾਦ ਕਰਨਾ ਹੈ, ਉਹਦਾ ਹਰ ਵੇਲੇ ਸ਼ੁਕਰਾਨਾ ਕਰਨਾ ਹੈ। ਤੁਸੀਂ ਪੜ੍ਹੋ ਪਾਵਨ ਬਾਣੀ, ਮਹਾਰਾਜ ਨੇ ਤੇ ਬਾਣੀ ਚ ਕਿਹਾ ਸੋ ਪ੍ਰਭ ਕਦੇ ਨਾ ਵਿਸਰੈ ਜਿਨ ਸਭ ਕਿਛ ਦੀਨਾ ਰਾਮ। ਭਾਈ ਜਿਸ ਰੱਬ ਨੇ ਤੈਨੂੰ ਸਾਰਾ ਕੁਝ ਦਿੱਤਾ, ਜਿਸ ਪਰਮਾਤਮਾ ਨੇ ਤੈਨੂੰ ਸਾਰਾ ਕੁਝ ਦਿੱਤਾ, ਮਹਾਰਾਜ ਕਹਿੰਦੇ ਨੇ ਉਸ ਰੱਬ ਦਾ ਸ਼ੁਕਰਾਨਾ ਕਰ, ਉਸ ਪਰਮਾਤਮਾ ਦਾ ਸ਼ੁਕਰਾਨਾ ਕਰ।
ਪੰਜਵੇਂ ਪਾਤਸ਼ਾਹ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ ਹੈ, ਜਿਹਦੇ ਵਿੱਚ ਮਹਾਰਾਜ ਨੇ ਸ਼ੁਕਰਾਨੇ ਦੀ ਗੱਲ ਕੀਤੀ ਹੈ। ਮਹਾਰਾਜ ਕਹਿੰਦੇ ਨੇ, ਇਸ ਪਾਨੀ ਤੇ ਜਿੰਤੂ ਘਰਿਆ, ਮਾਟੀ ਕਾਲੇ ਦੇਹੁਰਾ ਕਰਿਆ, ਉਕਤ ਜੋਤ ਲੈ ਸੁਰਤ ਪ੍ਰੀਖਿਆ, ਮਾਤ ਗਰਭ ਮੈਂ ਜਿਨ ਤੂੰ ਰਾਖਿਆ, ਰਾਖਣ ਹਾਰ ਸਮਾਰ ਜਨਾ, ਸਗਲੇ ਛੋੜ ਵਿਚਾਰ ਮਣਾ। ਜਿਨ ਦੀਏ ਤੁਧ ਬਾਪ ਮਹਿਤਾਰੀ, ਜਿਨ ਦੀਏ ਭਰਾਤ ਪੁਤਹਾਰੀ, ਜਿਨ ਦੀਏ ਤੁਧ ਬਣਤਾ ਅਰਮੀਤਾ, ਤਿਸ ਠਾਕੁਰ ਕੋ ਰੱਖ ਲੇਹੋ ਚੀਤਾ। ਉਹ ਜਿਨੇ ਤੈਨੂੰ ਮਾਂ ਪਿਓ ਦਿੱਤਾ, ਜਿਨੇ ਤੈਨੂੰ ਪਤਨੀ ਦਿੱਤੀ, ਜਿਨੇ ਤੈਨੂੰ ਧੀਆਂ ਪੁੱਤਰ ਦਿੱਤੇ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਸ ਰੱਬ ਨੂੰ ਸਦਾ ਆਪਣੇ ਮਨ ਵਿੱਚ ਵਸਾ ਕੇ ਰੱਖ। ਜਿਨ ਦੀਆ ਤੁਧ ਪਵਨ ਅਮੋਲਾ, ਜਿਨ ਦੀਆ ਤੁਧ ਨੀਰ ਨਿਰਮੋਲਾ, ਜਿਨ ਦੀਆ ਤੁਧ ਪਾਵਕ ਬਲਨਾ, ਤਿਸ ਠਾਕੁਰ ਕੀ ਰਹੋ ਮਨ ਸ਼ਰਨਾ। ਪੇਖਣ ਕੋ ਨੇਤਰ, ਜਿਨੇ ਤੈਨੂੰ ਵੇਖਣ ਵਾਸਤੇ ਅੱਖਾਂ ਦਿੱਤੀਆਂ, ਪੇਖਣ ਕੋ ਨੇਤਰ, ਸੁਣਨ ਕੋ ਕਰਨਾ, ਜਿਹਨੇ ਸੁਣਨ ਵਾਸਤੇ ਕੰਨ ਦਿੱਤੇ। ਬਹੁਤ ਨੇ ਇਸ ਸੰਸਾਰ ਦੇ ਉੱਤੇ ਜਿਨ੍ਹਾਂ ਨੂੰ ਅੱਖਾਂ ਤੇ ਦਿੱਤੀਆਂ ਨੇ ਪਰ ਵੇਖ ਨਹੀਂ ਸਕਦੇ। ਬਹੁਤ ਨੇ ਇਸ ਸੰਸਾਰ ਦੇ ਵਿੱਚ ਜਿਨ੍ਹਾਂ ਨੂੰ ਕੰਨ ਤੇ ਦਿੱਤੇ ਨੇ ਪਰ ਸੁਣ ਨਹੀਂ ਸਕਦੇ। ਬਹੁਤ ਨੇ ਇਸ ਸੰਸਾਰ ਦੇ ਵਿੱਚ ਜਿਹਨੂੰ ਰੱਬ ਨੇ ਜ਼ਬਾਨ ਤੇ ਦਿੱਤੀ ਹੈ ਪਰ ਬੋਲ ਨਹੀਂ ਸਕਦੇ। ਭਾਗਾਂ ਵਾਲਿਓ, ਬਹੁਤ ਨੇ ਇਸ ਸੰਸਾਰ ਦੇ ਵਿੱਚ ਜਿਨ੍ਹਾਂ ਨੂੰ ਰੱਬ ਨੇ ਹੱਥ ਦਿੱਤੇ ਨੇ ਪਰ ਕੰਮ ਨਹੀਂ ਕਰ ਸਕਦੇ। ਤੇ ਇਸ ਸੰਸਾਰ 'ਚ ਉਹ ਵੀ ਹੈਗੇ ਨੇ ਜਿਨ੍ਹਾਂ ਨੂੰ ਰੱਬ ਨੇ ਪੈਰ ਤੇ ਦਿੱਤੇ ਨੇ ਪਰ ਚੱਲ ਫਿਰ ਨਹੀਂ ਸਕਦੇ, ਚੱਲ ਫਿਰ ਨਹੀਂ ਸਕਦੇ। ਕਈ ਵਾਰੀ ਨਾ ਅਸੀਂ ਰੱਬ ਨਾਲ ਗਿਲਾ ਕਰਦੇ ਹਾਂ, ਕਈ ਵਾਰੀ ਅਸੀਂ ਰੱਬ ਨੂੰ ਮਿਹਣਾ ਮਾਰਦੇ ਹਾਂ ਵੀ ਰੱਬਾ ਤੂੰ ਸਾਨੂੰ ਦਿੱਤਾ ਕੱਖ ਨਹੀਂ। ਮਾਫ ਕਰਨਾ ਭਾਗਾਂ ਵਾਲਿਓ, ਸਭ ਤੋਂ ਵੱਡੀ ਦਾਤ ਹੈ ਤੰਦਰੁਸਤੀ। ਸਭ ਤੋਂ ਵੱਡੀ ਦਾਤ ਹੈ ਤੰਦਰੁਸਤੀ। ਜਿਹਨੂੰ ਤੰਦਰੁਸਤੀ ਮਿਲ ਗਈ ਉਹਨੂੰ ਸਾਰਾ ਕੁਝ ਮਿਲ ਗਿਆ। ਤੇ ਜਿਹਨੂੰ ਸਾਰਾ ਕੁਝ ਮਿਲ ਗਿਆ, ਜੇ ਕੋਲ ਤੰਦਰੁਸਤੀ ਨਹੀਂ ਨਾ ਹੈਗੀ ਤੇ ਸਾਰਾ ਕੁਝ ਉਹਨੂੰ ਜ਼ਹਿਰ ਲੱਗਦਾ ਹੈ, ਸਾਰਾ ਕੁਝ ਉਹਨੂੰ ਜ਼ਹਿਰ ਲੱਗਦਾ ਹੈ। ਸਭ ਤੋਂ ਵੱਡੀ ਦਾਤ ਹੈ ਰੱਬ ਦੀ ਤੰਦਰੁਸਤੀ। ਤੇ ਜੇ ਰੱਬ ਨੇ ਤੰਦਰੁਸਤੀ ਦਿੱਤੀ ਹੈ ਨਾ, ਜੇ ਤੁਹਾਡਾ ਸਰੀਰ ਤੰਦਰੁਸਤ ਹੈ ਤੇ ਕਰੋੜਾਂ ਵਾਰ ਰੱਬ ਦਾ ਸ਼ੁਕਰਾਨਾ ਕਰੋ, ਕਰੋੜਾਂ ਵਾਰ ਪਰਮਾਤਮਾ ਦਾ ਸ਼ੁਕਰਾਨਾ ਕਰੋ ਕਿ ਐ ਰੱਬ ਜੀ, ਐ ਪਰਮਾਤਮਾ ਜੀ, ਸਭ ਤੋਂ ਵੱਡੀ ਦਾਤ ਹੈ ਤੁਹਾਡੀ ਜਿਹੜੀ ਤੁਸੀਂ ਮੈਨੂੰ ਤੰਦਰੁਸਤੀ ਦਿੱਤੀ ਹੈ। ਮਹਾਰਾਜ ਮੈਂ ਸਵੇਰੇ ਸ਼ਾਮ ਗੁਰਦੁਆਰੇ ਤੇ ਜਾ ਸਕਦਾ, ਮੈਂ ਸਤ ਸੰਗਤ ਤੇ ਕਰ ਸਕਦਾ, ਮੈਂ ਬਾਣੀ ਪੜ੍ਹ ਸਕਦਾ, ਮੈਂ ਨਾਮ ਜਪ ਸਕਦਾ, ਮੈਂ ਰੱਬ ਦੀ ਭਗਤੀ ਕਰ ਸਕਦਾ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਪੇਖਣ ਕੋ ਨੇਤਰ, ਜਿਹਨੇ ਵੇਖਣ ਵਾਸਤੇ ਅੱਖਾਂ ਦਿੱਤੀਆਂ, ਪੇਖਣ ਕੋ ਨੇਤਰ, ਸੁਣਨ ਕੋ ਕਰਨਾ, ਸੁਣਨ ਵਾਸਤੇ ਕੰਨ ਦਿੱਤੇ, ਹਸਤ ਕਮਾਵਣ, ਬਾਸਨ ਰਸਨਾ, ਬੋਲਣ ਵਾਸਤੇ ਜ਼ਬਾਨ ਦਿੱਤੀ, ਚਰਨ ਚਲਣ ਕੋ ਸਿਰ ਕੀਨੋ ਮੇਰਾ, ਮਨ ਤਿਸ ਠਾਕੁਰ ਕੇ ਪੂਜੋ ਸਦ ਪੈਰਾ। ਬੜੇ ਪ੍ਰਮਾਣ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ, ਜਿਹਦੇ ਵਿੱਚ ਮਹਾਰਾਜ ਬਾਰ-ਬਾਰ ਕਹਿੰਦੇ ਨੇ ਭਾਈ ਰੱਬ ਦਾ ਸ਼ੁਕਰਾਨਾ ਕਰ, ਪਰਮਾਤਮਾ ਦਾ ਸ਼ੁਕਰਾਨਾ ਕਰ। ਮਹਾਰਾਜ ਨੇ ਤੇ ਕਿਹਾ, ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਜਿਹ ਪ੍ਰਸਾਦ ਸੁਗੰਧਿਤ ਤਨ ਲਾਵੇਂ, ਤਿਸ ਕੋ ਸਿਮਰਤ ਪਰਮਗਤ ਪਾਵੇਂ। ਜਿਹ ਪ੍ਰਸਾਦ ਬਸੈ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਣ ਜੋਗ। ਭਗਤ ਧੰਨਾ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ ਹੈ, ਜਿਹਦੇ ਵਿੱਚ ਭਗਤ ਧੰਨਾ ਜੀ ਸ਼ੁਕਰਾਨੇ ਦੀ ਗੱਲ ਕਰਦੇ ਨੇ। ਭਗਤ ਧੰਨਾ ਜੀ ਕਹਿੰਦੇ ਨੇ, ਰੇ ਚਿਤ ਚੇਤ ਸਕੀਨਾ ਦਿਆਲ ਦਮੋਦਰ, ਬਿਬੇ ਨਾ ਜਾਣਸ ਕੋਈ, ਜੇ ਧਾਵੇਂ ਬ੍ਰਹਮੰਡ ਖੰਡ ਕੋ, ਕਰਤਾ ਕਰੇ ਸੋ ਹੋਈ। ਜਨਨੀ ਕੇਰੇ ਉਦਰ ਉਦਕ ਮੇ, ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮੈਂ ਰਾਖੈ, ਐਸਾ ਖਸਮ ਹਮਾਰਾ। ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿੰਨ ਨਾਹੀ, ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ। ਪਾਖਾਨ ਕੀਟ ਗੁਪਤ ਹੋਏ ਰਹਿ ਚੋ, ਤਾਂਚੋ ਮਾਰਗ ਨਾਹੀ, ਕਹੈ ਧੰਨਾ ਪੂਰਨ ਤਾਹੀ ਕੋ, ਮਤ ਰੇ ਜੀ ਡਰਾਹੀ। ਇਸ ਸ਼ਬਦ ਦੇ ਵਿੱਚ ਭਗਤ ਧੰਨਾ ਜੀ ਕਹਿੰਦੇ ਨੇ, ਉਹ ਬੰਦਿਆ ਉਸ ਰੱਬ ਦਾ ਸ਼ੁਕਰਾਨਾ ਕਰ, ਉਸ ਪਰਮਾਤਮਾ ਦਾ ਸ਼ੁਕਰਾਨਾ ਕਰ। ਜੇ ਸ਼ੁਕਰਾਨੇ ਦੀ ਗੱਲ ਕਰੀਏ, ਮਹਾਰਾਜ ਨੇ ਤੇ ਕਿਹਾ, ਦਿਨ ਰਾਤੀ ਅਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਮਹਾਰਾਜ ਕਹਿੰਦੇ ਦਿਨ ਰਾਤ ਉਸ ਰੱਬ ਦੀ ਭਗਤੀ ਕਰ, ਉਸ ਪਰਮਾਤਮਾ ਦੀ ਭਗਤੀ ਕਰ। ਤੇ ਦਿਨ ਤੇ ਰਾਤ
24 ਘੰਟੇ ਹੁੰਦੇ ਨੇ। ਇਹਦਾ ਮਤਲਬ ਪਾਤਸ਼ਾਹ ਕਹਿੰਦੇ 24 ਘੰਟੇ ਉਸ ਰੱਬ ਨੂੰ, ਉਸ ਪਰਮਾਤਮਾ ਨੂੰ ਆਪਣੇ ਚਿੱਤ ਦੇ ਵਿੱਚ ਵਸਾ ਕੇ ਰੱਖ। ਜੇ ਸ਼ੁਕਰਾਨੇ ਦੀ ਗੱਲ ਕਰੀਏ, ਮਹਾਰਾਜ ਨੇ ਕਿਹਾ ਊਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਪਾਤਸ਼ਾਹ ਤੇ ਕਹਿੰਦੇ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ। ਪਾਤਸ਼ਾਹ ਕਹਿੰਦੇ ਤੇਰਾ ਕੰਮ ਹੀ ਇਹ ਹੈ ਰੱਬ ਦੀ ਭਗਤੀ ਕਰਨੀ, ਪਰਮਾਤਮਾ ਦੀ ਭਗਤੀ ਕਰਨੀ। ਰੋਜ਼ ਪੜ੍ਹਦੇ ਆ ਨਾ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਨੇ, ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੇ ਸ਼ੁਕਰਾਨੇ ਦੀ ਗੱਲ ਕਰੀਏ, ਮਹਾਰਾਜ ਨੇ ਤੇ ਕਿਹਾ ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ, ਭਵਨਿਦ ਤਰਨ ਤਾਰਨ ਚਿੰਤਾ ਮਨ ਇੱਕ ਨਿਮਖ ਨ ਇਹ ਮਨ ਲਾਇਆ, ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਧੀ। ਮਹਾਰਾਜ ਕਹਿੰਦੇ ਉਸ ਰੱਬ ਦਾ ਸ਼ੁਕਰਾਨਾ ਕਰਨਾ ਹੈ, ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ। ਤੇ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ, ਅਸੀਂ ਕਈ ਵਾਰੀ ਘਰ ਬਣਾਉਂਦੇ ਆ, ਗੱਡੀ ਲੈਂਦੇ ਆ ਤੇ ਉਹਦੇ ਅੱਗੇ ਇਹ ਪੰਕਤੀਆਂ ਲਿਖਾ ਲੈਂਦੇ ਆ, ਇਹ ਭੇ ਦਾਤ ਤੇਰੀ ਦਾਤਾਰ। ਅਸਲ ਦੇ ਵਿੱਚ ਇਸ ਪੰਕਤੀ ਦੇ ਅਰਥ ਕੀ ਨੇ? ਧਿਆਨ ਦੇਣਾ ਸਾਧ ਸੰਗਤ, ਤੁਸੀਂ ਸਾਰੇ ਸਿਆਣੇ ਸਮਝਦਾਰ ਤੇ ਬਾਣੀ ਪੜ੍ਹਨ ਵਾਲੇ ਬੈਠੇ ਹੋ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ। ਉਹ ਸ਼ਬਦ ਕਿਹੜਾ ਹੈ? ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੀਏ ਸੁਖ, ਸੁਖ ਦੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ। ਗੁਰੂ ਸਾਹਿਬ ਕਹਿੰਦੇ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਨਾ, ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਬੱਚੇ ਨੂੰ ਕੱਪੜੇ ਪਾਏ ਜਾਂਦੇ ਨੇ। ਕਿਸੇ ਬੱਚੇ ਦਾ ਜਨਮ ਹੋਇਆ ਤੇ ਵੱਧ ਤੋਂ ਵੱਧ 2-4 ਮਿੰਟ ਬਾਅਦ ਅਸੀਂ ਉਹਨੂੰ ਕੱਪੜੇ ਪਾ ਦਿੰਦੇ ਆ ਵੀ ਕਿਤੇ ਉਹਦੇ ਸਰੀਰ ਨੂੰ ਹਵਾ ਨਾ ਲੱਗ ਜਾਵੇ। ਤੇ ਮਾਫ ਕਰਨਾ ਜੀ, ਉਹ ਕੱਪੜੇ ਮਰਨ ਤੱਕ ਉਸ ਬੱਚੇ ਦੇ ਨਾਲ ਰਹਿੰਦੇ ਨੇ। ਪਾਤਸ਼ਾਹ ਕਹਿੰਦੇ ਨੇ ਜਿਸ ਤਰ੍ਹਾਂ ਕੱਪੜੇ ਮਰਨ ਤੱਕ ਬੱਚੇ ਦੇ ਨਾਲ ਰਹਿੰਦੇ ਨੇ, ਸਿੱਖਾ ਤੇਰੀ ਜ਼ਿੰਦਗੀ ਦੇ ਵਿੱਚ ਸੁੱਖ ਵੀ ਆਉਣੇ ਨੇ, ਤੇਰੀ ਜ਼ਿੰਦਗੀ ਦੇ ਵਿੱਚ ਦੁੱਖ ਵੀ ਆਉਣੇ ਨੇ। ਇਹ ਸੁੱਖ ਤੇ ਦੁੱਖ ਸਦਾ ਤੇਰੇ ਨਾਲ ਰਹਿਣੇ ਨੇ। ਸੁੱਖ ਵੀ ਆਉਣੇ ਨੇ, ਦੁੱਖ ਵੀ ਆਉਣੇ ਨੇ, ਖੁਸ਼ੀਆਂ ਵੀ ਆਉਣੀਆਂ ਨੇ, ਗਮੀਆਂ ਵੀ ਆਉਣੀਆਂ ਨੇ, ਤੇ ਇਹ ਸੁੱਖ ਦੁੱਖ ਨਾਲ ਨਾਲ ਚੱਲਣੇ ਨੇ, ਸੁੱਖ ਦੁੱਖ ਨਾਲ ਨਾਲ ਚੱਲਣੇ ਨੇ। ਤੇ ਹੁੰਦਾ ਕੀ ਹੈ? ਹੁੰਦਾ ਕੀ ਹੈ? ਜਦੋਂ ਤੇ ਅਸੀਂ ਹੁੰਦੇ ਆ ਸੁਖੀ, ਜਦੋਂ ਅਸੀਂ ਹੁੰਦੇ ਆ ਸੁਖੀ, ਉਦੋਂ ਅਸੀਂ ਬੜੇ ਖੁਸ਼ ਹੁੰਦੇ ਆ। ਸਾਨੂੰ ਰੱਬ ਭੁੱਲ ਜਾਂਦਾ, ਸਾਨੂੰ ਪਰਮਾਤਮਾ ਭੁੱਲ ਜਾਂਦਾ। ਤੇ ਮਾਫ ਕਰਨਾ, ਜਿੱਦਣ ਦੁੱਖ ਆ ਗਿਆ ਉਦੋਂ ਅਸੀਂ ਰੱਬ ਨੂੰ ਮਿਹਣੇ ਮਾਰਨੇ ਸ਼ੁਰੂ ਕਰ ਦਿੰਦੇ ਆ, ਪਰਮਾਤਮਾ ਨੂੰ ਮਿਹਣੇ ਮਾਰਨੇ ਸ਼ੁਰੂ ਕਰ ਦਿੰਦੇ ਆ। ਗੁਰੂ ਸਾਹਿਬ ਕਹਿੰਦੇ ਨਹੀਂ, ਜਦੋਂ ਤੂੰ ਸੁਖੀ ਸੀ ਉਦੋਂ ਤੂੰ ਖੁਸ਼ ਸੀ, ਅੱਜ ਦੁੱਖ ਆ ਗਿਆ, ਅੱਜ ਦੁਖੀ ਨਾ ਹੋ, ਅੱਜ ਵੀ ਖੁਸ਼ ਰਹਿ। ਜਦੋਂ ਤੂੰ ਸੁਖੀ ਸੀ, ਜਦੋਂ ਤੂੰ ਸੁਖੀ ਸੀ ਉਦੋਂ ਵੀ ਰੱਬ ਦਾ ਸ਼ੁਕਰਾਨਾ ਕਰਨਾ ਹੈ। ਤੇ ਜੇ ਅੱਜ ਦੁੱਖ ਆ ਗਿਆ ਤਾਂ ਵੀ ਡੋਲਣਾ ਨਹੀਂ, ਘਬਰਾਉਣਾ ਨਹੀਂ, ਤਾਂ ਵੀ ਰੱਬ ਦਾ ਸ਼ੁਕਰਾਨਾ ਕਰਨਾ ਹੈ, ਤਾਂ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ। ਤੇ ਮਹਾਰਾਜ ਇੱਥੇ ਇਹ ਗੱਲ ਸਮਝਾਉਂਦੇ ਨੇ, ਕੇਤਿਆਂ ਦੁੱਖ ਭੂਖ ਸਦ ਮਾਰ, ਵੀ ਤੇਰੇ ਜੀਵਨ ਦੇ ਵਿੱਚ ਕਰੋੜਾਂ ਤੈਨੂੰ ਦੁੱਖ ਸਹਿਣੇ ਪੈਣੇ ਨੇ, ਕਰੋੜਾਂ ਤੈਨੂੰ ਭੁੱਖਾਂ ਸਹਿਣੀਆਂ ਪੈਣੀਆਂ ਨੇ। ਕੇਤਿਆਂ ਦੁੱਖ ਭੂਖ ਸਦਮਾਰ, ਕਈ ਤੈਨੂੰ ਦੁੱਖ ਸਹਿਣੇ ਪੈਣੇ ਨੇ, ਕਈ ਵਾਰ ਤੈਨੂੰ ਭੁੱਖਾਂ ਸਹਿਣੀਆਂ ਪੈਣੀਆਂ ਨੇ। ਤੇ ਡੋਲੀ ਨਾ, ਘਬਰਾਈ ਨਾ, ਰੱਬ ਨਾਲ ਗਿਲਾ ਨਾ ਕਰੀ, ਰੱਬ ਨੂੰ ਮਿਹਣਾ ਨਾ ਮਾਰੀ, ਖੁਸ਼ ਰਹੀਂ, ਚੜ੍ਹਦੀ ਕਲਾ ਦੇ ਵਿੱਚ ਰਹੀਂ। ਇਹ ਭੇ ਦਾਤ ਤੇਰੀ ਦਾਤਾਰ। ਜੇ ਵੱਡੇ ਤੋਂ ਵੱਡਾ ਦੁੱਖ ਆ ਗਿਆ ਨਾ ਤੇ ਰੱਬ ਨੂੰ ਮਾੜਾ ਨਾ ਕਹੀਂ, ਇਹਨੂੰ ਰੱਬ ਦੀ ਦਾਤ ਸਮਝੀ, ਰੱਬ ਦੀ ਦਾਤ, ਇਹਨੂੰ ਰੱਬ ਦੀ ਦਾਤ ਸਮਝੀ। ਜਿਹਨੂੰ ਬਾਬਾ ਜੀ ਬਾਣੀ 'ਚ ਕਹਿੰਦੇ ਨੇ ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ। ਜਦੋਂ ਗੁਰੂ ਦਿਆਲ ਹੁੰਦਾ ਹੈ ਨਾ, ਭਾਗਾਂ ਵਾਲਿਓ, ਵੱਡੇ ਤੋਂ ਵੱਡਾ ਦੁੱਖ ਆ ਜਾਵੇ ਘਰ ਦੇ ਵਿੱਚ ਤੇ ਗੁਰਸਿੱਖ ਪਰਵਾਹ ਨਹੀਂ ਕਰਦਾ, ਗੁਰਸਿੱਖ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ, ਚੜ੍ਹਦੀ ਕਲਾ ਦੇ ਵਿੱਚ, ਚੜ੍ਹਦੀ ਕਲਾ ਦੇ ਵਿੱਚ। ਮਹਾਰਾਜ ਨੇ ਕਿਹਾ ਗੁਰਮੁਖ ਹੋਏ ਸੋ ਭਾਣਾ ਮੰਨੇ, ਸਹਜੇ ਹਰ ਰਸ ਪੀਜੈ। ਜਿਹੜਾ ਗੁਰਮੁਖ ਹੈ ਨਾ, ਉਹ ਹਮੇਸ਼ਾ ਰੱਬ ਦੇ ਭਾਣੇ ਨੂੰ ਮੰਨਦਾ, ਪਰਮਾਤਮਾ ਦੇ ਭਾਣੇ ਨੂੰ ਮੰਨਦਾ। ਵੱਡੇ ਤੋਂ ਵੱਡਾ ਦੁੱਖ ਆ ਜਾਵੇ, ਤਕਲੀਫਾਂ ਆ ਜਾਣ, ਦੁੱਖਾਂ ਦੇ ਪਹਾੜ ਟੁੱਟ ਜਾਣ, ਉਹ ਖੁਸ਼ ਰਹਿੰਦਾ ਏ, ਉਹ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਏ, ਉਹ ਡੋਲਦਾ ਨਹੀਂ, ਉਹ ਘਬਰਾਉਂਦਾ ਨਹੀਂ, ਉਹ ਡਿਪਰੈਸ਼ਨ ਦੇ ਵਿੱਚ ਨਹੀਂ ਜਾਂਦਾ, ਬਲਕਿ ਉਹ
ਦੁੱਖ ਨੂੰ ਵੀ ਰੱਬ ਦੀ ਦਾਤ ਸਮਝ ਕੇ ਖਿੜੇ ਮੱਥੇ ਪ੍ਰਵਾਨ ਕਰ ਲੈਂਦਾ ਹੈ। ਤੇ ਮੁਗਲਾਂ ਤੇ ਪਹਾੜੀਆਂ ਨੇ ਇਹ ਸੋਚਿਆ ਕਿਲੇ ਦੇ ਅੰਦਰ ਨਾ ਖਾਣ ਵਾਸਤੇ ਪ੍ਰਸ਼ਾਦਾ ਏ ਤਾਂ ਨਾ ਪੀਣ ਵਾਸਤੇ ਪਾਣੀ ਏ, ਤੇ ਇਹਨਾਂ ਭੁੱਖ ਦੇ ਸਤਾਇਆਂ ਨੇ ਆਨੰਦਪੁਰ ਖਾਲੀ ਕਰ ਦੇਣਾ ਏ। ਤੇ ਉਹਨਾਂ ਮੁਗਲਾਂ ਪਹਾੜੀਆਂ ਨੂੰ ਨਹੀਂ ਸੀ ਪਤਾ ਇਹ ਭੁੱਖ ਦੇ ਸਤਾਏ ਨਹੀਂ, ਇਹ ਤੇ ਅੰਮ੍ਰਿਤ ਵੇਲੇ ਉੱਠ ਕੇ ਹਰ ਰੋਜ਼ ਪੜ੍ਹਦੇ ਨੇ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭੇਦਾਤ ਤੇਰੀ ਦਾਤਾਰ। ਸੱਚ ਜਾਣਿਓ ਸਾਧ ਸੰਗਤ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤੇ ਗੁਰੂ ਸਾਹਿਬ ਦੇ ਸਿੰਘਾਂ ਨੇ ਅਕਾਲ ਪੁਰਖ ਦਾ ਸ਼ੁਕਰ ਕਰਦਿਆਂ ਹੋਇਆਂ ਰੱਬ ਦੇ ਭਾਣੇ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਮਹਾਰਾਜ ਰੱਬ ਦੀ ਰਜ਼ਾ ਦੇ ਵਿੱਚ, ਰੱਬ ਦੇ ਭਾਣੇ ਦੇ ਵਿੱਚ ਖੁਸ਼ ਨੇ। ਹੁਣ ਸਾਧ ਸੰਗਤ, ਅੱਜ ਕਈ ਦਿਨ ਹੋ ਗਏ ਨੇ ਜੀ ਪ੍ਰਸ਼ਾਦਾ ਛਕਿਆ, ਅੱਜ ਕਈ ਦਿਨ ਹੋ ਗਏ ਨੇ ਪਾਣੀ ਪੀਤਿਆਂ, ਨਾ ਪਾਣੀ ਮਿਲਿਆ ਨਾ ਪ੍ਰਸ਼ਾਦਾ ਮਿਲਿਆ। ਵੇਖੋ ਜੀ, ਇੱਥੇ ਮੈਂ ਇੱਕ ਬੇਨਤੀ ਕਰਾਂਗਾ, ਭੁੱਖ ਜਿਹੜਾ ਹੈ ਨਾ, ਭੁੱਖ ਬਹੁਤ ਵੱਡਾ ਦੁੱਖ ਹੈ। ਭੁੱਖ ਜਿਹੜੀ ਹੈ, ਭੁੱਖ ਬਹੁਤ ਵੱਡਾ ਦੁੱਖ ਹੈ। ਮਸਕੀਨ ਸਾਹਿਬ ਇੱਕ ਬਹੁਤ ਵਧੀਆ ਗੱਲ ਕਹਿੰਦੇ ਆ। ਮਸਕੀਨ ਸਾਹਿਬ ਕਹਿੰਦੇ ਨੇ ਬੰਦਾ ਇੱਕ ਦਿਨ ਭੁੱਖਾ ਰਹਿ ਸਕਦਾ ਹੈ, ਬੰਦਾ 2 ਦਿਨ ਭੁੱਖਾ ਰਹਿ ਸਕਦਾ ਹੈ, ਬੰਦਾ 3 ਦਿਨ ਭੁੱਖਾ ਰਹਿ ਸਕਦਾ ਹੈ, ਚੌਥਾ ਦਿਨ ਚੜ੍ਹਦਿਆਂ ਬੰਦੇ ਦੀਆਂ ਧਾਹਾਂ ਨਿਕਲ ਜਾਣਗੀਆਂ, ਮੇਰੇ ਕੋ ਭੁੱਖ ਨਹੀਂ ਬਰਦਾਸ਼ਤ ਹੁੰਦੀ, ਮੈਨੂੰ ਭੋਜਨ ਚਾਹੀਦਾ ਏ, ਮੈਨੂੰ ਖਾਣ ਵਾਸਤੇ ਅੰਨ ਚਾਹੀਦਾ। ਭੁੱਖ ਬਹੁਤ ਵੱਡਾ ਦੁੱਖ ਹੈ। ਭੁੱਖ ਨੂੰ ਕੋਈ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ। ਭੁੱਖ ਸਹਿਣ ਕਰਨੀ, ਭੁੱਖ ਬਰਦਾਸ਼ਤ ਕਰਨੀ ਬਹੁਤ ਔਖੀ ਹੈ। ਮਾਫ ਕਰਨਾ, ਅਸੀਂ ਸਵੇਰੇ ਨਾਸ਼ਤਾ ਕੀਤਾ ਹੈ, ਦੁਪਹਿਰੇ ਰੋਟੀ ਨਾ ਮਿਲੇ, ਦੁਪਹਿਰੇ ਪ੍ਰਸ਼ਾਦਾ ਨਾ ਮਿਲੇ, ਤੇ ਰਾਤ ਤੱਕ ਸਾਨੂੰ ਹੌਲ ਪੈਣੇ ਸ਼ੁਰੂ ਹੋ ਜਾਂਦੇ ਨੇ, ਚੱਕਰ ਆਉਣੇ ਸ਼ੁਰੂ ਹੋ ਜਾਂਦੇ ਨੇ। ਤੇ ਅਸੀਂ ਅਕਸਰ ਕਹਿੰਦੇ ਆ, ਭਾਈ ਭੁੱਖ ਲੱਗੀ ਹੈ, ਭੁੱਖ ਬਰਦਾਸ਼ਤ ਨਹੀਂ ਹੋ ਰਹੀ, ਭੁੱਖ ਸਹਿਣ ਨਹੀਂ ਹੋ ਰਹੀ, ਤੇ ਸਾਨੂੰ ਖਾਣ ਵਾਸਤੇ ਪ੍ਰਸ਼ਾਦਾ ਦਿਓ, ਸਾਨੂੰ ਖਾਣ ਵਾਸਤੇ ਪ੍ਰਸ਼ਾਦਾ ਦਿਓ। ਹੁਣ ਸਾਧ ਸੰਗਤ ਧਿਆਨ ਦੇਣਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਿੰਘ, ਜਿਨ੍ਹਾਂ ਨੂੰ ਅੱਜ ਪ੍ਰਸ਼ਾਦਾ ਖਾਧਿਆਂ ਬੜੇ ਦਿਨ ਹੋ ਗਏ ਨੇ, ਜਿਨ੍ਹਾਂ ਨੂੰ ਅੱਜ ਪਾਣੀ ਪੀਤਿਆਂ ਬਹੁਤ ਦਿਨ ਹੋ ਗਏ ਨੇ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਇੱਕ ਬੜੀ ਪਿਆਰੀ ਗੱਲ ਕੀਤੀ ਹੈ। ਵੇਖੋ ਜੀ, 3 ਗੱਲਾਂ ਕਰਕੇ ਬੰਦੇ ਦੀ ਮੰਨਤਾ ਹੁੰਦੀ ਹੈ। 3 ਗੱਲਾਂ ਕਰਕੇ ਬੰਦੇ ਦੀ ਮੰਨਤਾ ਹੁੰਦੀ ਹੈ। ਉਹਨੂੰ ਸੰਸਾਰ ਦੇ ਵਿੱਚ ਮੰਨਿਆ ਜਾਂਦਾ ਹੈ। ਜਾਂ ਤੇ ਬੰਦਾ ਬਹੁਤ ਜ਼ਿਆਦਾ ਸੋਹਣਾ ਹੋਵੇ, ਜਾਂ ਬੰਦਾ ਬਹੁਤ ਜ਼ਿਆਦਾ ਸੋਹਣਾ ਹੋਵੇ। ਜਿਹੜਾ ਬਹੁਤ ਜ਼ਿਆਦਾ ਸੋਹਣਾ ਹੁੰਦਾ ਨਾ, ਤੇ ਅਕਸਰ ਲੋਕ ਕਹਿੰਦੇ ਨੇ ਯਾਰ ਫਲਾਣਾ ਬੰਦਾ ਬੜਾ ਸੋਹਣਾ ਹੈ, ਫਲਾਣਾ ਬੰਦਾ ਬੜਾ ਸੋਹਣਾ ਹੈ, ਉਹਨੂੰ ਰੱਬ ਨੇ ਸੁੰਦਰਤਾ ਬਹੁਤ ਦਿੱਤੀ ਹੈ। ਦੂਸਰੇ ਨੰਬਰ ਦੇ ਉੱਤੇ ਜਾਂ ਬੰਦਾ ਸਰੀਰ ਕਰਕੇ ਬੜਾ ਤਾਕਤਵਰ ਹੋਵੇ, ਉਹਦੀ ਮੰਨਤਾ ਹੁੰਦੀ ਹੈ। ਅਸੀਂ ਕਹਿੰਦੇ ਯਾਰ ਫਲਾਣਾ ਬੰਦਾ ਜਿਹੜਾ ਹੈ ਨਾ ਬੜਾ ਤਾਕਤਵਰ ਹੈ, ਉਹਦੀਆਂ ਬਾਹਾਂ ਦੇ ਵਿੱਚ ਬੜਾ ਬਲ ਹੈ। ਤੇ ਜਾਂ ਬੰਦਾ ਬਹੁਤ ਜ਼ਿਆਦਾ ਚਲਾਕ ਹੋਵੇ, ਤੇ ਅਕਸਰ ਲੋਕ ਕਹਿੰਦੇ ਨੇ ਯਾਰ ਫਲਾਣਾ ਬੰਦਾ ਬਹੁਤ ਜ਼ਿਆਦਾ ਚਲਾਕ ਹੈ। ਇਹਨਾਂ 3 ਗੱਲਾਂ ਕਰਕੇ ਬੰਦੇ ਦੀ ਮੰਨਤਾ ਹੁੰਦੀ ਹੈ। ਪਹਿਲੀ ਗੱਲ, ਬੰਦਾ ਬਹੁਤ ਜ਼ਿਆਦਾ ਸੋਹਣਾ ਹੋਵੇ ਤੇ ਅਸੀਂ ਕਹਿੰਦੇ ਯਾਰ ਫਲਾਣਾ ਬੰਦਾ ਬੜਾ ਸੋਹਣਾ, ਰੱਬ ਨੇ ਉਹਨੂੰ ਬੜਾ ਸੋਹਣਾ ਬਣਾਇਆ। ਦੂਸਰੇ ਨੰਬਰ ਦੇ ਉੱਤੇ ਬੰਦਾ ਤਾਕਤਵਰ ਹੋਵੇ, ਬਹੁਤ ਜ਼ਿਆਦਾ ਤਾਕਤਵਰ ਹੋਵੇ, ਤੇ ਅਸੀਂ ਕਹਿੰਦੇ ਫਲਾਣਾ ਬੰਦਾ ਬੜਾ ਤਾਕਤਵਰ ਹੈ। ਤੀਸਰੇ ਨੰਬਰ ਦੇ ਉੱਤੇ ਬੰਦਾ ਬਹੁਤ ਜ਼ਿਆਦਾ ਚਲਾਕ ਹੋਵੇ, ਤੇ ਅਸੀਂ ਕਹਿੰਦੇ ਯਾਰ ਫਲਾਣਾ ਬੰਦਾ ਬੜਾ ਜ਼ਿਆਦਾ ਚਲਾਕ ਹੈ, ਉਹਦਾ ਦਿਮਾਗ ਬੜਾ ਤੇਜ਼ ਹੈ। ਪਰ ਸੱਚ ਜਾਣਿਓ ਭਾਗਾਂ ਵਾਲਿਓ, ਇਹ ਤਿੰਨੇ ਹੀ ਭੁੱਖ ਦੇ ਅੱਗੇ ਝੁਕ ਜਾਂਦੇ ਨੇ, ਤਿੰਨੇ ਹੀ ਭੁੱਖ ਦੇ ਅੱਗੇ ਹਾਰ ਜਾਂਦੇ ਨੇ। ਔਰ ਗੁਰੂ ਸਾਹਿਬ ਨੇ ਗੁਰਬਾਣੀ 'ਚ ਉਦਾਹਰਨਾਂ ਦਿੱਤੀਆਂ ਨੇ। ਸਭ ਤੋਂ ਤਾਕਤਵਰ ਕੌਣ ਹੁੰਦਾ ਹੈ ਜੀ? ਜੇ ਆਪਾਂ ਜੰਗਲ ਦੀ ਗੱਲ ਕਰੀਏ ਤੇ ਕਿਹੜਾ ਪਸ਼ੂ ਹੈ ਜਿਹੜਾ ਸਭ ਤੋਂ ਤਾਕਤਵਰ ਹੁੰਦਾ ਹੈ? ਸਭ ਤੋਂ ਤਾਕਤਵਰ ਹੁੰਦਾ ਹੈ ਹਾਥੀ। ਸਭ ਤੋਂ ਤਾਕਤਵਰ ਹੁੰਦਾ ਹੈ ਹਾਥੀ। ਤੇ ਜੇ ਕੋਈ ਬੰਦਾ ਕਹੇ ਨਾ ਮੈਂ ਜਾ ਕੇ ਹਾਥੀ ਨੂੰ ਫੜ ਲਵਾਂ, ਤੇ ਬੰਦਾ ਸਿੱਧਾ ਹਾਥੀ ਨੂੰ ਜਾ ਕੇ ਨਹੀਂ ਫੜ ਸਕਦਾ। ਕਿੱਦਾਂ ਫੜਿਆ ਜਾਂਦਾ ਹੈ? ਮਹਾਰਾਜ ਨੇ ਬਾਣੀ 'ਚ ਉਦਾਹਰਨ ਦਿੱਤੀ ਹੈ। ਪਾਤਸ਼ਾਹ ਕਹਿੰਦੇ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼ ਕਾਮ ਸੁਆਏ ਗੱਜ ਬਸ ਪਰੇ, ਮਨ ਬੌਰਾ ਰੇ ਅੰਕਸ਼ ਸਹਿਓ ਸੀਸ। ਭਾਗਾਂ ਵਾਲਿਓ, ਹਾਥੀ ਦੇ ਵਿੱਚ ਇੱਕ ਔਗਣ ਹੈ,
ਉਹ ਔਗਣ ਕਾਹਦਾ ਏ? ਉਹ ਔਗਣ ਹੈ ਕਾਮ ਰਸ ਦਾ। ਇਹ ਹਾਥੀ ਦੇ ਵਿੱਚ ਬਹੁਤ ਵੱਡਾ ਔਗਣ ਹੈ ਕਾਮ ਰਸ ਦਾ। ਤੇ ਕਹਿੰਦੇ ਹਾਥੀ ਨੂੰ ਫੜਨ ਵਾਸਤੇ ਮੁਹਾਵਤ ਕੀ ਕਰਦਾ ਏ? ਉਹ ਇੱਕ ਘਾਹ ਦੀ ਹਸਤਣੀ ਬਣਾਉਂਦਾ ਏ, ਘਾਹ ਦੀ ਹਥਣੀ ਬਣਾਉਂਦਾ ਏ। ਤੇ ਜਿੱਥੇ ਉਹ ਘਾਹ ਦੀ ਹਥਣੀ ਬਣਾ ਕੇ ਰੱਖੀ ਜਾਂਦੀ ਹੈ, ਉਹਦੇ ਥੱਲੇ ਵੱਡਾ ਸਾਰਾ ਇੱਕ ਟੋਆ ਪੁੱਟ ਲਿਆ ਜਾਂਦਾ ਏ। ਤੇ ਜਿਉਂ ਹੀ ਹਾਥੀ ਕਾਮ ਵਸ ਹੋਇਆ, ਉਸ ਘਾਹ ਦੀ ਬਣੀ ਹੋਈ ਹਸਤਣੀ ਦੇ ਕੋਲ ਆਉਂਦਾ ਏ ਤੇ ਭਾਗਾਂ ਵਾਲਿਓ ਉਹ ਟੋਏ ਦੇ ਵਿੱਚ ਡਿੱਗ ਪੈਂਦਾ ਏ, ਉਹ ਟੋਏ ਦੇ ਵਿੱਚ ਡਿੱਗ ਪੈਂਦਾ ਏ। 15 ਦਿਨ ਹਾਥੀ ਨੂੰ ਭੁੱਖਾ ਰੱਖਿਆ ਜਾਂਦਾ, 15 ਦਿਨ, ਪੂਰੇ 15 ਦਿਨ ਹਾਥੀ ਨੂੰ ਭੁੱਖਾ ਰੱਖਿਆ ਜਾਂਦਾ, ਉਹਨੂੰ ਖਾਣ ਵਾਸਤੇ ਕੁਝ ਨਹੀਂ ਦਿੱਤਾ ਜਾਂਦਾ। ਤੇ 15 ਦਿਨਾਂ ਬਾਅਦ ਹਾਥੀ ਫਿਰ ਇੱਕ ਆਵਾਜ਼ ਕੱਢਦਾ ਏ। ਹਾਥੀ ਆਪਣੀ ਮੂੰਹ ਚੋਂ ਇੱਕ ਆਵਾਜ਼ ਕੱਢਦਾ ਏ। ਸਾਰਾ ਦਿਨ ਉਹ ਆਵਾਜ਼ ਕੱਢਦਾ ਏ ਤੇ ਮੁਹਾਵਤ ਨੂੰ ਪਤਾ ਲੱਗ ਜਾਂਦਾ ਏ ਵੀ ਅੱਜ ਇਹ ਮੇਰੀ ਗੁਲਾਮੀ ਸਵੀਕਾਰ ਚੁੱਕਾ ਏ। ਇੰਨਾ ਤਾਕਤਵਰ ਹਾਥੀ, ਜਿਹਨੂੰ 50 ਬੰਦੇ ਵੀ ਰਲ ਕੇ ਫੜਨ ਤੇ ਨਹੀਂ ਫੜ ਸਕਦੇ। ਪਰ ਕਮਾਲ ਦੀ ਗੱਲ ਹੈ, ਉਹ ਹਾਥੀ ਭੁੱਖ ਦਾ ਸਤਾਇਆ ਇੱਕ ਬੰਦੇ ਦੀ ਗੁਲਾਮੀ ਕਰਨ ਲੱਗ ਪੈਂਦਾ ਹੈ। ਇੱਕ ਬੰਦੇ ਦਾ ਗੁਲਾਮ ਬਣ ਕੇ ਰਹਿ ਜਾਂਦਾ ਹੈ। ਹੁਣ ਵੇਖੋ ਹਾਥੀ ਕਿੰਨਾ ਤਾਕਤਵਰ, ਪਰ ਭੁੱਖ ਦਾ ਸਤਾਇਆ ਹਾਥੀ ਇੱਕ ਬੰਦੇ ਦੀ ਗੁਲਾਮੀ ਕਰਦਾ ਹੈ, ਉਹਦੇ ਅੱਗੇ ਝੁਕ ਜਾਂਦਾ ਹੈ, ਉਹਦੇ ਅੱਗੇ ਝੁਕ ਜਾਂਦਾ ਹੈ। ਦੂਸਰੇ ਨੰਬਰ ਦੇ ਉੱਤੇ ਬਾਂਦਰ ਬੜਾ ਚਲਾਕ ਹੁੰਦਾ ਹੈ। ਬਾਂਦਰ ਬੜਾ ਚਲਾਕ ਹੁੰਦਾ ਹੈ। ਟਪੂਸੀ ਮਾਰੀ ਇਸ ਰੁੱਖ ਤੇ, ਟਪੂਸੀ ਮਾਰੀ ਦੂਸਰੇ ਰੁੱਖ ਦੇ ਉੱਤੇ, ਹੁਣੇ ਇੱਥੇ ਸੀ ਹੁਣੇ ਉੱਥੇ ਪਹੁੰਚ ਗਿਆ, ਕਿਤੇ ਦੀ ਕਿਤੇ ਪਹੁੰਚ ਜਾਂਦਾ ਹੈ, ਕਿਤੇ ਦੀ ਕਿਤੇ ਪਹੁੰਚ ਜਾਂਦਾ ਹੈ। ਤੇ ਭਾਗਾਂ ਵਾਲਿਓ, ਮਹਾਰਾਜ ਨੇ ਬਾਣੀ ਚ ਕਿਹਾ, ਮਰਕਟ ਮੁਸਟੀ ਅਨਾਜ ਕੀ ਮਨ ਬੌਰਾ ਰੇ, ਲੀਨੋ ਹਾਥ ਪਸਾਰ ਛੂਟਣ ਕੋ ਸਹਿਸਾ ਪਰਿਓ, ਮਨ ਬੌਰਾ ਰੇ ਨਾਚਿਓ ਘਰ ਘਰ ਬਾਰ। ਤੁਸੀਂ ਮਦਾਰੀ ਵੇਖੇ ਹੋਣਗੇ ਨਾ, ਜਿਹੜੇ ਬਾਂਦਰ ਲੈ ਕੇ ਆਉਂਦੇ ਨੇ ਤੇ ਕਿੱਦਾਂ ਆਪਣੇ ਇਸ਼ਾਰਿਆਂ ਤੇ ਬਾਂਦਰਾਂ ਨੂੰ ਨਚਾਉਂਦੇ ਨੇ। ਉਹ ਕਿੱਦਾਂ ਨਚਾਇਆ ਜਾਂਦਾ ਹੈ, ਧਿਆਨ ਦੇਣਾ ਜੀ। ਉਹਦੇ ਕੋਲ ਇੱਕ ਕੁੱਜਾ ਹੁੰਦਾ ਹੈ, ਮਦਾਰੀ ਦੇ ਕੋਲ ਇੱਕ ਕੁੱਜਾ ਹੁੰਦਾ, ਉਹਦੇ ਵਿੱਚ ਛੋਲੇ ਪਾ ਕੇ ਉਹ ਰੱਖ ਦਿੰਦਾ, ਛੋਲੇ ਪਾ ਕੇ। ਤੇ ਵੇਖੋ ਬਾਂਦਰ ਨਾ, ਬਾਂਦਰ ਭੁੱਖ ਦਾ ਸਤਾਇਆ ਬਾਂਦਰ, ਕਿਉਂਕਿ ਭੁੱਖ ਲੱਗੀ ਹੈ, ਭੁੱਖ ਸਹਿਣ ਨਹੀਂ ਹੁੰਦੀ, ਭੁੱਖ ਬਰਦਾਸ਼ਤ ਨਹੀਂ ਹੁੰਦੀ। ਉਹ ਬਾਂਦਰ ਜਿਹੜਾ ਹੈ ਨਾ, ਬਾਂਦਰ ਦੀ ਜਿਹੜੀ ਸ਼ੇਪ ਹੈ ਨਾ ਹੱਥ ਦੀ, ਉਹ ਬਿਲਕੁਲ ਸਾਡੇ ਵਰਗੀ ਹੈ। ਤੇ ਬਾਂਦਰ ਐਦਾਂ ਹੱਥ ਅੰਦਰ ਪਾ ਲੈਂਦਾ ਕੁੱਜੇ 'ਚ ਤੇ ਮੁੱਠ ਨੂੰ ਐਦਾਂ ਭਰ ਲੈਂਦਾ ਏ। ਹੁਣ ਐਦਾਂ ਹੱਥ ਤੇ ਅੰਦਰ ਚਲਿਆ ਗਿਆ, ਪਰ ਜਦੋਂ ਐਦਾਂ ਮੁੱਠ ਭਰੀ ਨਾ ਤੇ ਹੁਣ ਉਹ ਮੁੱਠ ਬਾਹਰ ਨਹੀਂ ਨਿਕਲਦੀ, ਹੁਣ ਉਹ ਮੁੱਠ ਬਾਹਰ ਨਹੀਂ ਨਿਕਲਦੀ। ਹੁਣ ਲੋਭ ਦੇ ਵਿੱਚ, ਲਾਲਚ ਦੇ ਵਿੱਚ ਭੁੱਖ ਦਾ ਸਤਾਇਆ ਬਾਂਦਰ, ਜੇ ਤੇ ਉਹ ਉਹਨੂੰ ਛੱਡ ਦਵੇ ਫਿਰ ਤੇ ਹੱਥ ਐਦਾਂ ਬਾਹਰ ਆ ਜਾਵੇਗਾ। ਪਰ ਇੰਨੀ ਭੁੱਖ ਹੈ, ਇੰਨਾ ਲਾਲਚ ਹੈ, ਇੰਨਾ ਲੋਭ ਹੈ, ਭੁੱਖ ਬਰਦਾਸ਼ਤ ਨਹੀਂ ਹੁੰਦੀ ਤੇ ਉਹ ਮੁੱਠੀ ਨਹੀਂ ਛੱਡਦਾ। ਬਾਂਦਰ ਨੂੰ ਫੜ ਲਿਆ ਜਾਂਦਾ ਏ ਤੇ ਬਾਂਦਰ ਨੂੰ ਗੁਲਾਮ ਬਣਾ ਕੇ ਉਹਨੂੰ ਘਰ ਘਰ ਨਚਾਇਆ ਜਾਂਦਾ ਏ। ਤੇ ਮਦਾਰੀ ਜਿਹੜਾ ਏ ਬਾਂਦਰ ਨੂੰ ਘਰ ਘਰ ਨਚਾ ਕੇ ਤੇ ਪੈਸੇ ਇਕੱਠੇ ਕਰਦਾ ਏ। ਇੰਨਾ ਚਲਾਕ ਬਾਂਦਰ, ਇੰਨਾ ਚਲਾਕ, ਤੇ ਭੁੱਖ ਅੱਗੇ ਝੁਕ ਗਿਆ, ਮਦਾਰੀ ਦੇ ਇਸ਼ਾਰਿਆਂ ਦੇ ਉੱਤੇ ਨੱਚਦਾ ਹੈ, ਮਦਾਰੀ ਦੇ ਇਸ਼ਾਰਿਆਂ ਦੇ ਉੱਤੇ। ਤੇ ਤੀਸਰੇ ਨੰਬਰ ਦੇ ਉੱਤੇ ਤੋਤਾ ਨਾ, ਤੋਤਾ ਬਹੁਤ ਜ਼ਿਆਦਾ ਸੋਹਣਾ ਹੁੰਦਾ ਹੈ। ਤੋਤਾ ਬਹੁਤ ਜ਼ਿਆਦਾ ਸੋਹਣਾ ਹੁੰਦਾ। ਮੈਂ 3 ਗੱਲਾਂ ਕੀਤੀਆਂ ਸੀ, ਸੁੰਦਰਤਾ, ਚਲਾਕੀ ਤੇ ਤਾਕਤ। ਹੁਣ ਹਾਥੀ ਤਾਕਤਵਰ ਹੋ ਗਿਆ, ਬਾਂਦਰ ਚਲਾਕ ਹੋ ਗਿਆ, ਤੇ ਤੀਸਰੇ ਨੰਬਰ ਦੇ ਉੱਤੇ ਸੁੰਦਰਤਾ। ਜੇ ਆਪਾਂ ਪੰਛੀਆਂ ਦੀ ਗੱਲ ਕਰੀਏ ਨਾ, ਤੇ ਪੰਛੀਆਂ ਦੇ ਵਿੱਚੋਂ ਤੋਤਾ ਬਹੁਤ ਖੂਬਸੂਰਤ ਹੁੰਦਾ ਹੈ, ਬੜਾ ਪਿਆਰਾ ਲੱਗਦਾ ਹੈ ਤੋਤਾ ਵੇਖਣ ਨੂੰ। ਤੇ ਭਾਗਾਂ ਵਾਲਿਓ, ਕੋਈ ਬੰਦਾ ਤੋਤੇ ਨੂੰ ਕਵੇ ਮੈਂ ਫੜ ਲਵਾਂ, ਨਹੀਂ ਫੜਿਆ ਜਾ ਸਕਦਾ। ਤੇ ਮਹਾਰਾਜ ਕਹਿੰਦੇ, ਜਿਉਂ ਨਲਣੀ ਸੂਟਾ ਗਇਓ, ਜਿਉਂ ਨਲਣੀ ਸੂਟਾ ਗਇਓ, ਮਾਇਆ ਇਹ ਵਿਵਹਾਰ। ਭਾਗਾਂ ਵਾਲਿਓ ਧਿਆਨ ਦੇਣਾ, ਇੱਕ ਨਲਣੀ ਫਿੱਟ ਕੀਤੀ ਜਾਂਦੀ ਹੈ, ਉਹਦੇ ਵਿੱਚ ਚੋਗਾ ਰੱਖਿਆ ਜਾਂਦਾ ਏ, ਤੇ ਜਿਉਂ ਹੀ ਤੋਤਾ ਉਹਦੇ ਵਿੱਚੋਂ ਆਣ ਕੇ, ਨਲਣੀ ਦੇ ਵਿੱਚੋਂ ਆਣ ਕੇ ਆਪਣੀ ਚੁੰਝ ਮਾਰਦਾ ਏ, ਉਹਦੀ ਚੁੰਝ ਨਲਣੀ ਦੇ ਵਿੱਚ ਅੜ ਜਾਂਦੀ ਏ ਤੇ ਤੋਤਾ ਫੜ ਲਿਆ ਜਾਂਦਾ ਏ ਤੇ ਉਹਨੂੰ ਇੱਕ ਪਿੰਜਰੇ ਦੇ ਵਿੱਚ ਕੈਦ ਕਰ ਦਿੱਤਾ ਜਾਂਦਾ ਏ। ਉਹ ਤੋਤਾ ਜਿਹੜਾ ਇੰਨਾ ਸੋਹਣਾ, ਇੰਨਾ ਖੂਬਸੂਰਤ ਹੈ, ਭੁੱਖ ਦਾ ਸਤਾਇਆ ਨਲਣੀ ਵਿੱਚ ਅੜ ਗਿਆ ਤੇ ਉਹ ਭੁੱਖ ਦਾ ਸਤਾਇਆ ਭਾਗਾਂ ਵਾਲਿਓ ਫਿਰ ਪਿੰਜਰੇ ਦੇ ਵਿੱਚ ਕੈਦ ਹੋ ਜਾਂਦਾ ਹੈ, ਪਿੰਜਰੇ ਦੇ ਵਿੱਚ ਕੈਦ ਹੋ ਜਾਂਦਾ ਹੈ। ਪਰ ਵਾਰੇ ਜਾਈਏ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ, ਵਾਰੇ ਜਾਈਏ ਕਲਗੀਧਰ ਪਾਤਸ਼ਾਹ ਤੋਂ, ਵਾਰੇ ਜਾਈਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰੇ ਸਾਹਿਬਜ਼ਾਦਿਆਂ ਤੋਂ, ਵਾਰੇ ਜਾਈਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਸਿੰਘਾਂ ਤੋਂ।
ਭਾਗਾਂ ਵਾਲਿਓ ਅੱਜ ਕਈ ਦਿਨ ਹੋ ਗਏ ਨੇ ਖਾਣ ਨੂੰ ਪ੍ਰਸ਼ਾਦਾ ਨਹੀਂ, ਪੀਣ ਵਾਸਤੇ ਪਾਣੀ ਨਹੀਂ। ਪਰ ਕਮਾਲ ਦੀ ਗੱਲ ਹੈ, ਰੱਬ ਨਾਲ ਕੋਈ ਗਿਲਾ ਨਹੀਂ, ਪ੍ਰਮਾਤਮਾ ਨਾਲ ਕੋਈ ਗਿਲਾ ਨਹੀਂ। ਸਵੇਰੇ ਵੀ ਰੱਬ ਦਾ ਸ਼ੁਕਰਾਨਾ ਤੇ ਸ਼ਾਮ ਨੂੰ ਵੀ ਰੱਬ ਦਾ ਸ਼ੁਕਰਾਨਾ, ਸ਼ਾਮ ਨੂੰ ਵੀ ਪ੍ਰਮਾਤਮਾ ਦਾ ਸ਼ੁਕਰਾਨਾ। ਤੇ ਜੋਗੀ ਅੱਲਾ ਯਾਰ ਖਾਂ ਉਸ ਸਮੇਂ ਕਿਲੇ ਦੇ ਅੰਦਰ ਦੇ ਹਾਲਾਤ ਬਿਆਨ ਕਰਦਾ ਏ ਵੀ ਕਿਲੇ ਦੇ ਅੰਦਰ ਹਾਲਾਤ ਕਿੱਦਾਂ ਦੇ ਨੇ। ਉੱਤੋਂ ਬਰਸਾਤਾਂ ਸ਼ੁਰੂ ਹੋ ਗਈਆਂ, ਸਿੰਘਾਂ ਦੇ ਸਰੀਰ ਪਿੰਜਰ ਬਣਨੇ ਸ਼ੁਰੂ ਹੋ ਗਏ, ਇੱਥੋਂ ਤੱਕ ਕੁਝ ਸਿੰਘ ਜਿਹੜੇ ਨੇ ਉਹ ਮਰਨੇ ਸ਼ੁਰੂ ਹੋ ਗਏ, ਸਰੀਰ ਗਲਨੇ ਚਾਲੂ ਹੋ ਗਏ। ਤੇ ਜੋਗੀ ਅੱਲਾ ਯਾਰ ਖਾਂ ਨੇ ਲਿਖਿਆ ਏ, ਉਹ ਕਹਿੰਦਾ ਜਿਸ ਦਮ आनंदपुर में सतगुर मकीम थे, हमरा गर के लोग थे और कुछ नदीम थे, चारों तरफ से गिला को घेरे गनीम थे, टूटे हुए रिज्क के दिल सिंगा दो नीम थे, भूख और प्यास की शिद्दत कमाल थी मुक्त सर की फौज वो भी निडाल थी मुक्त सर की फौज वो भी निडाल थी। अल्लाह यार खां कहंदा एक मुसलमान, वो कहंदा बड़ी तरसयोग हालत है, बड़ी तरसयोग। ਅੱਜ ਕਈ ਮਹੀਨੇ ਹੋ ਗਏ ਨੇ ਖਾਣ ਵਾਸਤੇ ਕੁਝ ਨਹੀਂ ਮਿਲਿਆ, ਪੀਣ ਵਾਸਤੇ ਪਾਣੀ ਨਹੀਂ, ਪਰ ਉਹ ਗੁਰੂ ਦੇ ਲਾਲ ਡੋਲੇ ਨਹੀਂ, ਉਹ ਰੱਬ ਦੇ ਭਾਣੇ ਦੇ ਵਿੱਚ ਨੇ, ਪਰਮਾਤਮਾ ਦੇ ਭਾਣੇ ਦੇ ਵਿੱਚ ਨੇ। ਉਹਨਾਂ ਦੇ ਮਨ ਵਿੱਚ ਇਹ ਸੰਕਲਪ ਹੈ, ਜਿਸ ਪਿਆਰੇ ਸਿਉ ਨੇ ਤਿਸ ਆਗੇ ਮਰ ਚੱਲੀਐ। ਉਹਨਾਂ ਨੂੰ ਕੇਵਲ ਤੇ ਕੇਵਲ ਇਹ ਨਜ਼ਰ ਆ ਰਿਹਾ ਏ ਗੁਰੂ ਗੋਬਿੰਦ ਸਿੰਘ ਸਾਡਾ ਪਾਤਸ਼ਾਹ ਏ, ਤੇ ਗੁਰੂ ਗੋਬਿੰਦ ਸਿੰਘ ਦੀ ਖਾਤਰ ਅਸੀਂ ਆਪਣਾ ਸਾਰਾ ਕੁਝ ਕੁਰਬਾਨ ਕਰ ਸਕਦੇ ਹਾਂ, ਅਸੀਂ ਆਪਣਾ ਸਾਰਾ ਕੁਝ ਕੁਰਬਾਨ ਕਰ ਸਕਦੇ ਹਾਂ। ਇਹਨੂੰ ਕਹਿੰਦੇ ਨੇ ਪਿਆਰ। ਝੱਖੜ ਝਾਂਗੀ ਮੀਂਹ ਵਰਸੈ, ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੌਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਉਹਨਾਂ ਗੁਰੂ ਦੇ ਲਾਲਾ ਨੇ ਇਹ ਬਚਨ ਪੜ੍ਹੇ ਸਨ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ, ਨਾਨਕ ਗਰੀਬ ਟੈ ਪਿਆ ਦੁਆਰੇ, ਹਰ ਮੇਲ ਲਿਹੋ ਵਡਿਆਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਹੁਣ ਸਾਧ ਸੰਗਤ ਧਿਆਨ ਦੇਣਾ, ਮੁਗਲ ਤੇ ਪਹਾੜੀ ਰਾਜੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਨੇ, ਮਹਾਰਾਜ ਅਸੀਂ ਕਸਮਾਂ ਖਾਂਦੇ ਆ, ਮਹਾਰਾਜ ਤੁਸੀਂ ਆਨੰਦਪੁਰ ਖਾਲੀ ਕਰ ਦਿਓ, ਆਨੰਦਪੁਰ ਖਾਲੀ ਕਰ ਦਿਓ। ਇੱਥੇ ਮੈਂ ਇੱਕ ਹੋਰ ਬੇਨਤੀ ਕਰਾਂਗਾ, ਭਾਗਾਂ ਵਾਲਿਓ, ਰਾਜਾ ਰਤਨ ਰਾਏ, ਅਸਾਮ ਦਾ ਰਹਿਣ ਵਾਲਾ ਰਾਜਾ ਰਤਨ ਰਾਏ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬੜਾ ਪਿਆਰ ਕਰਦਾ ਏ, ਤੇ ਜਿਹਦਾ ਜਨਮ ਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਦੇ ਨਾਲ ਹੋਇਆ ਸੀ। ਉਹ ਰਾਜਾ ਰਤਨ ਰਾਏ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਆਉਂਦਾ ਹੈ, ਤੇ ਮਹਾਰਾਜ ਵਾਸਤੇ 5 ਸੁਗਾਤਾਂ, 5 ਜਿਹੜੀਆਂ ਉਹ ਕੀਮਤੀ ਸੁਗਾਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਵਾਸਤੇ ਲੈ ਕੇ ਆਉਂਦਾ ਹੈ। ਪਹਿਲੇ ਨੰਬਰ ਦੇ ਉੱਤੇ ਪ੍ਰਸ਼ਾਦੀ ਹਾਥੀ, ਉਹ ਹਾਥੀ ਚਿੱਟੇ ਰੰਗ ਦਾ ਸੀ। ਦੂਸਰੇ ਨੰਬਰ ਦੇ ਉੱਤੇ ਚੰਦਨ ਦੀ ਚੌਂਕੀ, ਚੰਦਨ ਦੀ ਚੌਂਕੀ ਮਹਾਰਾਜ ਦੇ ਬੈਠਣ ਨੂੰ। ਤੀਸਰੇ ਨੰਬਰ ਦੇ ਉੱਤੇ ਪਸ਼ਮੀਨਾ, ਬਹੁਤ ਮਹਿੰਗਾ, ਜਿਹੜਾ ਮਹਾਰਾਜ ਦੇ ਉੱਤੇ ਲੱਗਦਾ ਸੀ। ਚੌਥੇ ਨੰਬਰ ਦੇ ਉੱਤੇ ਪੰਚਕਲਾ ਸ਼ਸਤਰ, ਇੱਕ ਬਟਨ ਨੱਪਿਆ ਜਾਂਦਾ ਸੀ ਤੇ 5 ਸ਼ਸਤਰ ਨਿਕਲਦੇ ਸੀ, 5 ਸ਼ਸਤਰ ਨਿਕਲਦੇ ਉੱਤੇ ਸੀ। ਤੇ 5ਵੇਂ ਨੰਬਰ ਦੇ ਉੱਤੇ ਕੀਮਤੀ ਹੀਰਿਆਂ ਨਾਲ ਜੜੀ ਕਲਗੀ, ਉਹ ਗੁਰੂ ਸਾਹਿਬ ਨੂੰ ਭੇਟ ਕਰਦਾ। ਫਿਰ ਬੇਨਤੀ ਸਰਵਣ ਕਰਿਓ, 5 ਉਹਨੇ ਸੁਗਾਤਾਂ, 5 ਗਿਫਟ ਗੁਰੂ ਸਾਹਿਬ ਨੂੰ ਭੇਟ ਕੀਤੇ, ਕੀਮਤੀ ਸੁਗਾਤਾਂ। ਉਹ ਕਿਹੜੀਆਂ ਨੇ? ਪਹਿਲੇ ਨੰਬਰ ਦੇ ਉੱਤੇ ਪ੍ਰਸ਼ਾਦੀ ਹਾਥੀ, ਚੰਦਨ ਦੀ ਚੌਂਕੀ, ਪਸ਼ਮੀਨਾ ਜਿਹੜਾ ਮਹਾਰਾਜ ਦੇ ਉੱਤੇ ਲੱਗਦਾ ਏ, ਤੇ ਚੌਥੇ ਨੰਬਰ ਦੇ ਉੱਤੇ ਪੰਚਕਲਾ ਸ਼ਸਤਰ, ਤੇ 5ਵੇਂ ਨੰਬਰ ਦੇ ਉੱਤੇ ਹੀਰਿਆਂ ਨਾਲ ਜੜੀ ਹੋਈ ਕਲਗੀ। ਹੁਣ ਸਾਧ ਸੰਗਤ, ਇਹ ਜਿਹੜਾ ਪ੍ਰਸ਼ਾਦੀ ਹਾਥੀ ਹੈ ਨਾ, ਬਿਲਕੁਲ ਛੋਟੇ ਜਿਹੇ ਕੱਦ ਦਾ ਹਾਥੀ ਹੈ ਤੇ ਚਿੱਟੇ ਰੰਗ ਦਾ ਹਾਥੀ ਹੈ। ਇਤਿਹਾਸ ਕਹਿੰਦਾ ਨੱਕ ਤੋਂ ਲੈ ਕੇ ਨਾ, ਨੱਕ ਤੋਂ ਸੁੰਨ ਤੋਂ ਲੈ ਕੇ ਤੇ ਪੂਛ ਤੱਕ ਇਹਦੇ ਚਿੱਟੀ ਧਾਰੀ ਹੈ, ਤੇ ਇਹ ਹਾਥੀ ਬੜਾ ਹੀ ਪਿਆਰਾ ਹੈ, ਬੜਾ ਹੀ ਸੋਹਣਾ ਹੈ, ਤੇ ਇਹ ਹਾਥੀ ਹਰ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਰਹਿੰਦਾ ਏ। ਮੈਂ ਬੇਨਤੀ ਕਰਾਂ, ਉਹ ਹਾਥੀ ਜਿਹੜਾ ਕਈ ਘੰਟੇ ਆਪਣੀ ਸੁੰਨ ਦੇ ਨਾਲ ਗੁਰੂ ਸਾਹਿਬ ਦੇ ਉੱਤੇ ਚੌਰ ਕਰਦਾ ਏ, ਉਹ ਹਾਥੀ ਜਿਹੜਾ ਗੁਰੂ ਸਾਹਿਬ ਨੂੰ ਤੀਰ ਲਿਆ ਕੇ ਫੜਾਉਂਦਾ ਏ, ਉਹ ਹਾਥੀ ਜਿਹੜਾ ਆਪਣੀ ਸੁੰਨ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨ ਧੋਂਦਾ ਏ। ਅੱਜ ਕਈ ਮਹੀਨੇ ਹੋ ਗਏ, ਖਾਣ ਨੂੰ ਕੁਝ ਨਾ ਮਿਲਿਆ ਤੇ ਭੁੱਖ ਦੇ ਨਾਲ
तड़फ तड़फ के वो हाथी धन गुरु गोबिंद सिंह महाराज दियां अखां दे सामने मर गया, ओदी मौत हो गई। ते जदों पहाड़ियां ने मुगलों ने कहा मर्ज कसमां खाने आनंदपुर छड्ड दिओ, ते उत्थे सिंह थोड़े जे उतावले होए, महाराज पहाड़ी राजे कसमां खा रहे ने, मर्ज मुगल कसमां खा रहे ने भी तुसीं आनंदपुर खाली कर दिओ, असीं तुहानूं कुछ नहीं कहिंदे। महाराज कहिंदे मैनूं इन्हां ते भरोसा नहीं, मैनूं इन्हां ते भरोसा नहीं, किले चों बाहर निकलण दी देर है, इन्हां ने साडे उत्ते टुट के पै जाना। महाराज कहिंदे जे तुहानूं नहीं ना यकीन आउंदा, जे तुहानूं नहीं यकीन आउंदा ते तुसीं हुणे देखो एक करदे की ने। महाराज ने की लिया, 5-7 गड्ढे लए ते जो उत्थे पाटे पुराने कपड़े सी, घोड़ियां दियां लिद्दां, जो कुछ भी पुराना समान सी ना, वो 5-7 गड्ढियां दे उत्ते लद के ओदे उत्ते दिशाले पा दिते गए। ते ज्यों ही आनंदपुर दे किले विचों ओ बाहर निकले, पहाड़ी ते मुगल टुट के पै गए। वो गुरु गोबिंद सिंह ने आनंदपुर छड्ड दिता, महाराज दा खजाना जा रहा है, टुट के पै गए। ते गुरु गोबिंद सिंह सारा कुछ देखते पे ने। महाराज कहते ने अजे ते पाटे पुराने कपड़े गए ने, घोड़े दियां लिद्दां गईयां ने, ते इन्हां ने आ हाल कीता, जदों असी आनंदपुरों बाहर निकलांगे, जदों असी किले विचों बाहर निकलांगे, ये की कुछ साडे नाल करनगे। महाराज कहते ओ मैं जानदा, ओ मैं जानदा। ते सच जाणिओ भागां वालिओ, जदों मुगलां ते पहाड़ियां दी ये भी चाल फेल हो गई, ते पंबा नंद पुरोहित वो गुरु साहब दे कोल जांदा, आटे दी गां बनाउंदा, आटे दी गां बनाउंदा, क्योंकि हिंदू धर्म दे विच ना, हिंदू धर्म दे विच गां नूं मां मन्निया जांदा है। भागां वालिओ, हिंदू वीर गां नूं मां मनदे ने, मुबारक है, वो मन्नण, पर साडे वास्ते गां केवल ते केवल एक पशु है। साडे वास्ते गां केवल ते केवल एक पशु है। पशु तो इलावा, पशु तो तुल होर गां साडे वास्ते कोई नहीं। साडे वास्ते गां केवल ते केवल एक पशु है। साडी मां जां ते वो है जिन्ने सानू जन्म दिता है, ते जां साडी मां साडा गुरु है। मैं नहीं कहंदा तू मेरा पिता, तू है मेरा माता, तू मेरा बरंदप, तू मेरा भ्राता, तू मेरा राखा, सबनी थाई तां भो केहा काड़ा जियो। हर जी माता, हर जी पिता, हर जियो प्रतिपालक, हर जी मेरी सार करे, हम हर के बालक। कई मेरे वीर भरा पता की कह दिंदे ने, कई कह दिंदे ने बाबा जी गुरु साहब ने बाणी दे विच गऊ गरीब दी रखिया दी गल कीती है। और माफ करना भागां वालिओ, मैं बाणी पढ़दा आ, तुसीं भी बाणी पढ़दे हो, जिहड़े वीर भरा बाणी पढ़दे ने, गुरु साहब ने गऊ की गल नहीं की बाणी च, महाराज ने गरीब की गल की, गरीब की गल की है बाणी च, गरीब की रखिया की गल की है, गरीब की सेवा की गल की है, पर किते भी महाराज ने गऊ की गल बाणी च नहीं की। जे की है तो मैनूं लभ के दिखा दिओ। माफ करना भागां वालिओ, गां ते मੱਝ साडे वास्ते पशु ने, साडे वास्ते मੱਝ ते गां बराबर ने, इदू तुल साडे वास्ते होर कुछ नहीं। साडा माँ प्यो एक ते वो है जिन्हें सानू जन्म दिता है, ते दूसरे नंबर दे उत्ते साडा माँ प्यो साडा गुरु है, साडा गुरु है। साडी माँ भी गुरु है, साडा बाप भी गुरु है। हुण ध्यान देना साध संगत, हुण ध्यान देना, इन्ने आटे दी गऊ बना के कसम खादी, महाराज आनंदपुर खाली कर दिओ, तुहानू कुछ नहीं कहिंदे, जिथे मर्जी चले जाओ। ते मुगलों वालों काजी वली हसन आउंदा है, हथ दे विच कुरान फड़ीए, उस काजी ने कुरान दे उत्ते हथ रख के कहंदा है, की कहंदा है, तशरीफ दरकश बा कांगड़ कुनद वजह पस मुलाकात बाहम शबद। गुरु गोबिंद सिंह साहब जी, मैं कुरान दे उत्ते हथ रख के कसम खाना, तुसी आनंदपुर नू खाली करके जिथे मर्जी चले जाओ, महाराज असी तुहानू कुछ नहीं कहते, असी तुहानू कुछ नहीं कहते। हुण साध संगत ध्यान देना, धन साहब श्री गुरु गोबिंद सिंह सच्चे पातशाह महाराज पहाड़ी राजियां ते मुगल फौजां दियां खादियां होइयां कसमां ते अतबार करके महाराज फैसला करते ने आनंदपुर नू छड्डण दा। महाराज फैसला करते ने आनंदपुर नू छड्डण दा। वेखो जी, किसी विद्वान ने बड़ा सोहना लिखिया है,
ਕਿਸੇ ਵਿਦਵਾਨ ਨੇ ਕਿਹਾ ਵੀ ਇਸ ਸੰਸਾਰ ਦੇ ਅੰਦਰ ਜੇਕਰ ਸਭ ਤੋਂ ਜ਼ਿਆਦਾ ਕਿਸੇ ਨੇ ਕੁਰਾਨ ਦਾ ਅਦਬ ਕੀਤਾ, ਸਤਿਕਾਰ ਕੀਤਾ, ਤੇ ਉਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਕੀਤਾ। ਕਿਉਂ? ਕੁਰਾਨ ਦੀਆਂ ਕਸਮਾਂ ਖਾਣ ਵਾਲੇ ਕੁਰਾਨ ਦੀਆਂ ਕਸਮਾਂ ਖਾ ਕੇ ਮੁੱਕਰ ਗਏ, ਪਰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨਾਂ ਦੀਆਂ ਖਾਧੀਆਂ ਹੋਈਆਂ ਕਸਮਾਂ ਤੇ ਐਤਬਾਰ ਕਰਕੇ ਆਨੰਦਪੁਰ ਨੂੰ ਛੱਡਣ ਦਾ ਫੈਸਲਾ ਕਰ ਲਿਆ। ਆਨੰਦਪੁਰ ਨੂੰ ਛੱਡਣ ਦਾ ਫੈਸਲਾ ਕਰ ਲਿਆ। ਦੂਸਰੀ ਬੇਨਤੀ, ਮਹਾਰਾਜ ਇੱਥੇ ਕਹਿੰਦੇ ਨੇ, ਔਰੰਗਜ਼ੇਬ ਜੇ ਕਿਤੇ ਕਸਮ ਮੈਂ ਖਾਧੀ ਹੁੰਦੀ ਨਾ, ਜੇ ਕਿਤੇ ਕਸਮ ਮੈਂ ਖਾਧੀ ਹੁੰਦੀ, ਕਸਮ ਮੁਸਹਫੇ ਖਦੀਗਰ ਈ ਖੁਰਮ ਨਾ ਅਫਵਾਜ ਅਜੀਜੇਰ ਸੁਮ ਅਫਗਨਮ ਜਫਰਨਾਮਾ। ਕਲਗੀਧਰ ਕਹਿੰਦੇ ਨੇ, ਕਸਮ ਮੁਸਹਫੇ ਖਦੀ, ਜੇ ਮੈਂ ਖਾਧੀ ਹੁੰਦੀ, ਕਸਮ ਮੁਸਹਫੇ ਖਦੀ ਗਰ ਈ ਖੁਰਮ ਨਾ ਅਫਵਾਜ ਅਜੀਜੇਰ ਸੁਮ ਅਫਗਨਮ। ਔਰੰਗਜ਼ੇਬ ਤੇਰਾ ਇੱਕ ਕਾਜੀ ਆਇਆ, ਨਾ ਪਾਕ ਕੁਰਾਨ ਹੱਥ ਵਿੱਚ ਫੜੀ, ਕਮਾਲ ਦੀ ਗੱਲ ਹੈ, ਕੁਰਾਨ ਉੱਤੇ ਹੱਥ ਰੱਖ ਕੇ ਕਸਮ ਖਾ ਕੇ ਮੁੱਕਰ ਗਏ। ਪਰ ਔਰੰਗਜ਼ੇਬ ਜੇ ਕਿਤੇ ਕਸਮ ਗੁਰੂ ਗੋਬਿੰਦ ਸਿੰਘ ਨੇ ਖਾਧੀ ਹੁੰਦੀ, ਜੋ ਮਰਜ਼ੀ ਹੋ ਜਾਂਦਾ, ਗੁਰੂ ਗੋਬਿੰਦ ਸਿੰਘ ਉਸ ਆਪਣੀ ਖਾਧੀ ਹੋਈ ਕਸਮ ਨੂੰ ਤੋੜ ਨਿਭਾਉਂਦਾ। ਮੈਂ ਕਦੀ ਵੀ ਡੋਲਣਾ ਨਹੀਂ ਸੀ, ਆਪਣੀ ਖਾਧੀ ਹੋਈ ਕਸਮ ਨੂੰ ਮੈਂ ਤੋੜ ਨਿਭਾਉਣਾ ਸੀ। ਔਰੰਗਜ਼ੇਬ ਇਹ ਮੁਗਲ, ਇਹ ਤੁਹਾਡਾ ਕਾਜੀ ਜਿਹਨੇ ਕਸਮਾਂ ਖਾਧੀਆਂ ਤੇ ਕਸਮਾਂ ਖਾ ਕੇ ਉਹ ਮੁੱਕਰ ਗਿਆ ਤੇ ਸਾਡੇ ਉੱਤੇ ਹਮਲਾ ਕੀਤਾ, ਸਾਡੇ ਉੱਤੇ ਹਮਲਾ ਕੀਤਾ। ਤੇ ਮਹਾਰਾਜ ਕਹਿੰਦੇ ਹਮਲਾ ਕਾਹਦੇ ਨਾਲ ਕੀਤਾ? ਤਲਵਾਰਾਂ ਨਾਲ ਕੀਤਾ, ਤੀਰਾਂ ਦੇ ਨਾਲ ਕੀਤਾ। ਤੇ ਗੁਰੂ ਸਾਹਿਬ ਪਤਾ ਕੀ ਕਹਿੰਦੇ ਨੇ? ਗੁਰੂ ਸਾਹਿਬ ਕਹਿੰਦੇ, ਔਰੰਗਜ਼ੇਬ ਮੈਂ ਨਹੀਂ ਸੀ ਚਾਹੁੰਦਾ ਮੈਂ ਕਿਰਪਾਨ ਚੁੱਕਾਂ, ਪਰ ਔਰੰਗਜ਼ੇਬ ਤੂੰ ਮੈਨੂੰ ਮਜਬੂਰ ਕੀਤਾ। ਬਾਲ ਲਚਾਰਗੀ ਦਰਮਿਆ ਆਮਦੰਦ ਬਾ ਤਦਬੀਰ ਤੀਰੋਂ ਤੁਫੰਗ ਆਮਦੰਦ। ਮੈਂ ਨਹੀਂ ਸੀ ਚਾਹੁੰਦਾ ਮੈਂ ਕਿਰਪਾਨ ਚੁੱਕਾਂ, ਮੈਂ ਨਹੀਂ ਸੀ ਚਾਹੁੰਦਾ ਮੈਂ ਮੈਦਾਨੇ ਜੰਗ ਵਿੱਚ ਲੜਾਂ, ਮੈਂ ਨਹੀਂ ਸੀ ਚਾਹੁੰਦਾ ਇਸ ਧਰਤੀ ਤੇ ਲਹੂ ਡੁੱਲੇ, ਪਰ ਔਰੰਗਜ਼ੇਬ ਤੂੰ ਮੈਨੂੰ ਮਜਬੂਰ ਕੀਤਾ। ਤੇਰੇ ਇਹ ਜਿਹੜੇ ਮੁਗਲ ਨੇ, ਇਹ ਤੇਰੇ ਸਿਪਾਹੀ ਨੇ, ਇਹ ਪਹਾੜੀ ਰਾਜੇ ਕਸਮਾਂ ਖਾ ਕੇ ਮੁੱਕਰ ਗਏ ਤੇ ਫਿਰ ਮੈਨੂੰ ਕਿਰਪਾਨ ਚੁੱਕਣੀ ਪਈ, ਮਜਬੂਰ ਹੋ ਕੇ ਕਿਰਪਾਨ ਚੁੱਕਣੀ ਪਈ। ਔਰ ਇਹ ਗੁਰੂ ਸਾਹਿਬ ਦਾ ਸਿਧਾਂਤ ਹੈ ਜੀ, ਗੁਰੂ ਸਾਹਿਬ ਦਾ ਸਿਧਾਂਤ ਹੈ। ਮਹਾਰਾਜ ਕਹਿੰਦੇ ਜਿੰਨਾ ਚਿਰ ਪਾਣੀ ਸਿਰ ਤੋਂ ਥੱਲੇ ਹੈ, ਸਿੱਖ ਨੇ ਨਿਮਰਤਾ ਦੇ ਵਿੱਚ ਰਹਿਣਾ ਹੈ, ਸਹਿਜ ਵਿੱਚ ਰਹਿਣਾ ਹੈ, ਪਰ ਜਦੋਂ ਪਾਣੀ ਸਿਰ ਤੋਂ ਉੱਪਰ ਲੰਘ ਗਿਆ, ਚੂੰ ਕਰ ਅਜ ਹਮਾ ਹੀਲ ਤੇ ਦਰ ਗੁਜਸ਼ਤ ਹਲਾਲ ਅਸ਼ਤ ਬੁਰਦਨ ਬਾ ਸ਼ਮਸ਼ੀਰ ਦਸਤ। ਉਦੋਂ ਗੁਰੂ ਦੇ ਸਿੱਖ ਨੇ ਸ਼ਸਤਰ ਨੂੰ ਹੱਥ ਪਾਉਣਾ ਹੈ, ਉਦੋਂ ਗੁਰੂ ਦੇ ਸਿੱਖ ਨੇ ਸ਼ਸਤਰ ਨੂੰ ਹੱਥ ਪਾਉਣਾ ਹੈ। ਹੁਣ ਸਾਧ ਸੰਗਤ ਧਿਆਨ ਦੇਣਾ, 20 ਦਸੰਬਰ 6 ਪੋਹ ਦੀ ਰਾਤ ਨੂੰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਅੱਜ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਹੈ, ਆਨੰਦਪੁਰ ਨੂੰ ਛੱਡਣਾ ਹੈ। ਕਿਸੇ ਇਤਿਹਾਸਕਾਰ ਨੇ ਬੜਾ ਸੋਹਣਾ ਲਿਖਿਆ ਹੈ, ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕਹਿਰ ਦੀ, ਗਲੀ ਗਲੀ ਰੋਂਦੀ ਏ ਅੱਜ ਆਨੰਦਪੁਰ ਸ਼ਹਿਰ ਦੀ। ਭਾਗਾਂ ਵਾਲਿਓ, ਜਿੱਥੇ ਅਸੀਂ ਰਹਿੰਦੇ ਹੋਈਏ, ਜਿੱਥੇ ਅਸੀਂ ਰਹਿੰਦੇ ਹੋਈਏ, ਜਿੱਥੇ ਅਸੀਂ ਆਪਣਾ ਬਚਪਨ ਬਤੀਤ ਕੀਤਾ ਹੋਵੇ, ਜ਼ਿੰਦਗੀ ਬਤੀਤ ਕੀਤੀ ਹੋਵੇ, ਜਿਨ੍ਹਾਂ ਘਰਾਂ ਦੇ ਨਾਲ ਸਾਡੀਆਂ ਯਾਦਾਂ ਜੁੜੀਆਂ ਹੋਣ, ਸਾਡਾ ਨੇਹ ਹੋਵੇ, ਜਿਨ੍ਹਾਂ ਗਲੀਆਂ ਦੇ ਵਿੱਚ ਅਸੀਂ ਖੇਡੇ ਹੋਈਏ, ਜਿਨ੍ਹਾਂ ਗਲੀਆਂ ਨਾਲ ਸਾਡੀਆਂ ਯਾਦਾਂ ਜੁੜੀਆਂ ਹੋਵੇ, ਸਾਡੇ ਨੇਹ ਹੋਣ, ਤੇ ਭਾਗਾਂ ਵਾਲਿਓ ਕਿਸੇ ਕਾਰਨ ਕਰਕੇ ਸਾਨੂੰ ਉਹ ਆਪਣਾ ਘਰ, ਸਾਨੂੰ ਉਹ ਆਪਣਾ ਨਗਰ, ਉਹ ਗਲੀਆਂ ਉਹ ਛੱਡਣੀਆਂ ਪੈ ਜਾਣ, ਤੇ ਮੈਂ ਕਹਿੰਦਾ ਕਿਤੇ ਮਹਿਸੂਸ ਕਰਕੇ ਵੇਖੋ ਸਾਡੇ ਦਿਲ ਦੇ ਉੱਤੇ ਕੀ ਬੀਤੇਗੀ। ਅੱਜ ਸਾਡੇ ਭੈਣ ਭਰਾ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ, ਅੱਜ ਸਾਡੇ ਭੈਣ ਭਰਾ ਵਿਦੇਸ਼ਾਂ ਵਿੱਚ ਰਹਿੰਦੇ ਨੇ। ਤੁਹਾਡੇ ਵਿੱਚੋਂ ਬਹੁਤੀਆਂ ਮਾਵਾਂ, ਬਹੁਤੇ ਪਿਤਾ ਬੈਠੇ ਹੋਣਗੇ ਜਿਨ੍ਹਾਂ ਦੇ ਧੀਆਂ ਪੁੱਤ ਵਿਦੇਸ਼ਾਂ 'ਚ ਰਹਿੰਦੇ ਨੇ, ਰਹਿੰਦੇ ਵਿਦੇਸ਼ਾਂ ਦੇ ਵਿੱਚ ਨੇ, ਸਾਰਾ ਦਿਨ ਕੰਮਕਾਰ ਕਰਦੇ ਨੇ, ਡਾਲਰ ਪਾਉਂਡ ਕਮਾਉਂਦੇ ਨੇ, ਪਰ ਸੁਰਤ 24 ਘੰਟੇ ਆਪਣੇ ਪਿੰਡ ਦੇ ਵਿੱਚ ਹੁੰਦੀ ਹੈ, ਆਪਣੇ ਸ਼ਹਿਰ ਵਿੱਚ ਹੁੰਦੀ ਹੈ, ਆਪਣੇ ਘਰ ਦੇ ਵਿੱਚ ਹੁੰਦੀ ਹੈ, ਤੇ ਆਪਣੇ ਮਾਂ ਪਿਓ ਦੇ ਵਿੱਚ ਹੁੰਦੀ ਹੈ। ਸੁਰਤ 24 ਘੰਟੇ, ਸੁਰਤ 24 ਘੰਟੇ ਪਿੱਛੇ ਹੁੰਦੀ ਹੈ। ਤੇ ਵੇਖੋ ਸਾਧ ਸੰਗਤ, ਆਨੰਦਪੁਰ ਸਾਹਿਬ, ਉਹ ਆਨੰਦਪੁਰ ਸਾਹਿਬ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣਾ ਬਚਪਨ ਬਿਤਾਇਆ,
ਬੜੀਆਂ ਯਾਦਾਂ ਜੁੜੀਆਂ। ਬੜੇ ਕੌਤਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਨੰਦਪੁਰ ਦੀ ਧਰਤੀ ਤੇ ਕੀਤੇ, ਬੜੇ ਚੋਜ ਵਰਤਾਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ। ਮੈਂ ਕਹਿੰਦਾ ਆਨੰਦਪੁਰ ਦਾ ਨਾਂ ਹੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤੋਂ ਪਿਆ ਸੀ। ਪਹਿਲਾ ਨਾਮ ਚੱਕ ਨਾਨਕੀ ਸੀ, ਚੱਕ ਨਾਨਕੀ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਟਨੇ ਤੋਂ ਮਹਾਰਾਜ ਨੂੰ ਮਿਲਦੇ ਨੇ ਤੇ ਚੱਕ ਨਾਨਕੀ ਆਉਂਦੇ ਨੇ, ਮਹਾਰਾਜ ਫਿਰ ਇੱਥੋਂ ਇੱਕ ਚਿੱਠੀ ਲਿਖਦੇ ਨੇ ਆਪਣੀ ਪਤਨੀ ਨੂੰ ਵੀ ਤੁਸੀਂ ਹੁਣ ਵਾਪਸ ਇੱਥੇ ਚੱਕ ਨਾਨਕੀ ਆ ਜਾਓ। ਤੇ ਜਦੋਂ ਮਾਂ ਗੁਜਰ ਕੌਰ ਗੁਰੂ ਗੋਬਿੰਦ ਸਿੰਘ ਸਾਹਿਬ ਇੱਥੇ ਚੱਕ ਨਾਨਕੀ ਆਉਂਦੇ ਨੇ ਤੇ ਆਨੰਦਪੁਰ ਸਾਹਿਬ ਦੀ ਧਰਤੀ, ਇਹ ਚੱਕ ਨਾਨਕੀ ਜਿਹਨੂੰ ਪਹਿਲਾਂ ਕਿਹਾ ਜਾਂਦਾ ਸੀ, ਜਦੋਂ ਮਹਾਰਾਜ ਇੱਥੇ ਪਹੁੰਚਦੇ ਨੇ ਤੇ ਸੱਚ ਜਾਣਿਓ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਲਾਲ ਜੀ ਅੱਜ ਦਿਲ ਕਰਦਾ ਏ ਮੈਂ ਆਪਣੇ ਪੁੱਤਰ ਦੀ ਰਸਨਾ ਤੋਂ ਆਨੰਦ ਸਾਹਿਬ ਦਾ ਪਾਠ ਸੁਣਾ, ਆਪਣੇ ਪੁੱਤਰ ਦੀ ਰਸਨਾ ਤੋਂ ਆਨੰਦ ਸਾਹਿਬ ਦਾ ਪਾਠ ਸੁਣਾ। ਇੱਥੇ ਮੈਂ ਬੇਨਤੀ ਕਰਾਂਗਾ 9 ਸਾਲ ਦੀ ਉਮਰ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੂਰਾ ਗੁਰੂ ਗ੍ਰੰਥ ਸਾਹਿਬ ਮੂੰਹ ਜ਼ਬਾਨੀ ਯਾਦ ਸੀ, ਪੂਰਾ ਗੁਰੂ ਗ੍ਰੰਥ ਸਾਹਿਬ ਮੂੰਹ ਜ਼ਬਾਨੀ ਕੰਠ ਸੀ। ਹੁਣ ਧਿਆਨ ਦੇਣਾ ਸਾਧ ਸੰਗਤ, ਗੁਰੂ ਗੋਬਿੰਦ ਸਿੰਘ ਸਾਹਿਬ ਆਨੰਦ ਸਾਹਿਬ ਦਾ ਪਾਠ ਕਰਦੇ ਨੇ। ਜਦੋਂ ਮਹਾਰਾਜ ਪਿਆਰ ਨਾਲ, ਸ਼ਰਧਾ ਨਾਲ, ਭਾਵਨਾ ਨਾਲ ਉੱਚੀ ਗਾ ਕੇ ਆਨੰਦ ਸਾਹਿਬ ਦਾ ਪਾਠ ਕਰਦੇ ਨੇ, ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਨੇ ਤੇ ਜਿੰਨੀਆਂ ਸਿੱਖ ਸੰਗਤਾਂ ਕੋਲ ਬੈਠੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦੀਆਂ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਤੁਹਾਡੇ ਲਾਲ ਦੇ ਕੋਲੋਂ, ਤੁਹਾਡੇ ਫਰਜ਼ੰਦ ਦੇ ਕੋਲੋਂ ਅੱਜ ਆਨੰਦ ਸਾਹਿਬ ਦਾ ਪਾਠ ਸੁਣਿਆ। ਮਹਾਰਾਜ ਤੁਹਾਡੇ ਪੁੱਤ ਨੇ ਇੰਨੇ ਪਿਆਰ ਨਾਲ ਆਨੰਦ ਸਾਹਿਬ ਦਾ ਪਾਠ ਕੀਤਾ, ਇੰਜ ਲੱਗ ਰਿਹਾ ਜਿਵੇਂ ਚਾਰੇ ਪਾਸੇ ਆਨੰਦ ਹੀ ਆਨੰਦ ਵਰਸ ਰਿਹਾ ਹੋਵੇ। ਤੇ ਮਹਾਰਾਜ ਕਹਿੰਦੇ ਨੇ ਜੇ ਮੇਰੇ ਲਾਲ ਨੇ ਬਾਣੀ ਪੜ੍ਹੀ ਹੈ ਤੇ ਚਾਰੇ ਪਾਸੇ ਆਨੰਦ ਹੀ ਆਨੰਦ ਵਰਸ ਰਿਹਾ ਏ, ਤੇ ਅੱਜ ਤੋਂ ਇਸ ਨਗਰ ਦਾ ਨਾਮ ਚੱਕ ਨਾਨਕੀ ਨਹੀਂ ਬਲਕਿ ਅੱਜ ਤੋਂ ਇਸ ਨਗਰ ਦਾ ਨਾਮ ਆਨੰਦਪੁਰ ਸਾਹਿਬ ਹੋਵੇਗਾ, ਆਨੰਦਪੁਰ ਸਾਹਿਬ। ਤੇ ਉਹ ਆਨੰਦਪੁਰ ਜਿਹੜਾ ਆਨੰਦਾਂ ਦੀ ਪੁਰੀ ਹੈ, ਆਨੰਦਾਂ ਦੀ ਪੁਰੀ। ਤੇ ਮੈਂ ਬੇਨਤੀ ਕਰਾਂ ਜੀ, ਮੈਂ 3 ਸਾਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਿਹਾ, ਮੈਂ ਉੱਥੇ ਪੜ੍ਹਿਆ ਤੇ ਮੈਂ ਬੇਨਤੀ ਕਰਾਂ ਦੁਨੀਆ ਦੇ ਕਿਸੇ ਖਿੱਤੇ ਵਿੱਚ ਇੰਨਾ ਆਨੰਦ ਨਹੀਂ ਜਿੰਨਾ ਆਨੰਦ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੈ, ਜਿੰਨਾ ਆਨੰਦ ਆਨੰਦਾਂ ਦੀ ਪੁਰੀ ਦੇ ਵਿੱਚ ਹੈ। ਹੁਣ ਸਾਧ ਸੰਗਤ, ਜਿਸ ਆਨੰਦਪੁਰ ਦਾ ਨਾਂ ਹੀ ਗੁਰੂ ਸਾਹਿਬ ਤੋਂ ਪਿਆ ਹੋਵੇ, ਜਿਸ ਗੁਰੂ ਨੇ ਬਚਪਨ ਬਤੀਤ ਕੀਤਾ ਹੋਵੇ, ਜਿਸ ਗੁਰੂ ਨੇ ਲੱਖਾਂ ਚੋਜ ਵਰਤਾਏ ਹੋਣ, ਲੱਖਾਂ ਕੌਤਕ ਵਰਤਾਏ ਹੋਣ, ਭਾਗਾਂ ਵਾਲਿਓ ਅੱਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਉਹ ਆਨੰਦਪੁਰ ਦਾ ਕਿਲਾ ਛੱਡਣਾ ਪੈ ਰਿਹਾ ਹੈ, ਆਨੰਦਪੁਰ ਛੱਡਣਾ ਪੈ ਰਿਹਾ ਹੈ। ਮਹਿਸੂਸ ਕਰੋ ਜਿੱਥੇ ਜਿੱਥੇ ਬੈਠੇ ਹੋ ਕੀ ਬੀਤੀ ਹੋਵੇਗੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਿਲ ਦੇ ਉੱਤੇ, ਕੀ ਬੀਤੀ ਹੋਵੇਗੀ। ਤੇ ਉਹ ਵਿਦਵਾਨ ਕਹਿੰਦਾ, ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕਹਿਰ ਦੀ, ਗਲੀ ਗਲੀ ਰੋਂਦੀ ਐ ਆਨੰਦਪੁਰ ਸ਼ਹਿਰ ਦੀ ਗਲੀਆਂ ਰੋਈਆਂ। ਘਰ ਰੋਏ, ਰੁੱਖ ਰੋਏ, ਹਰ ਚੀਜ਼ ਆਨੰਦਪੁਰ ਦੀ ਰੋਈ, ਹਰ ਚੀਜ਼ ਆਨੰਦਪੁਰ ਦੀ ਵੀ ਐ ਗੁਰੂ ਗੋਬਿੰਦ ਸਿੰਘ ਸਾਹਿਬ ਤੁਸੀਂ ਹੋ ਤੇ ਆਨੰਦਪੁਰ ਦੀ ਸ਼ਾਨ ਹੈ। ਮਹਾਰਾਜ ਤੁਸੀਂ ਮੈਨੂੰ ਛੱਡ ਕੇ ਨਾ ਜਾਓ, ਨਹੀਂ ਤੇ ਆਨੰਦਪੁਰ ਖਤਮ ਹੋ ਜਾਵੇਗਾ, ਆਨੰਦਪੁਰ ਖਤਮ ਹੋ ਜਾਵੇਗਾ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਐ ਆਨੰਦਾਂ ਦੀ ਪੁਰੀਏ ਫਿਕਰ ਨਾ ਕਰ, ਚਿੰਤਾ ਨਾ ਕਰ, ਅਸੀਂ ਜਾਵਾਂਗੇ। ਸਾਡੇ ਜਾਣ ਤੋਂ ਬਾਅਦ ਹਜ਼ਾਰਾਂ ਸਿੱਖ ਸੰਗਤਾਂ ਆਨੰਦਪੁਰ ਦੀ ਧਰਤੀ ਤੇ ਨਕਮਸਤਕ ਹੋਣਗੀਆਂ। ਰਹਿੰਦੀ ਦੁਨੀਆ ਤੱਕ ਆਨੰਦਪੁਰ ਦੀ ਧਰਤੀ ਤੇ ਰੌਣਕਾਂ ਲੱਗਦੀਆਂ ਰਹਿਣਗੀਆਂ, ਰਹਿੰਦੀ ਦੁਨੀਆ ਤੱਕ ਇਸ ਆਨੰਦਪੁਰ ਦੀ ਧਰਤੀ ਤੇ ਰੌਣਕਾਂ ਲੱਗਦੀਆਂ ਰਹਿਣਗੀਆਂ। ਹੁਣ ਸਾਧ ਸੰਗਤ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਨੰਦਪੁਰ ਦਾ ਕਿਲਾ ਛੱਡਦੇ ਨੇ ਅੱਧੀ ਰਾਤ ਨੂੰ। ਬਰਸਾਤੀ ਮੌਸਮ ਹੈ, ਕਹਿਰਾਂ ਦੀ ਠੰਡ ਹੈ, ਤਨ ਦੇ ਕੱਪੜੇ ਵੀ ਪਤਲੇ ਨੇ। ਅੱਜ 7 ਮਹੀਨੇ ਹੋ ਗਏ, ਨਾ ਪ੍ਰਸ਼ਾਦਾ ਖਾਧਾ ਹੈ, ਨਾ ਪੀਣ ਵਾਸਤੇ ਪਾਣੀ ਹੈ। ਜੋ ਕੁਝ ਵੀ ਕਿਲੇ ਦੇ ਅੰਦਰ ਹੈ ਉਹੀ ਮਾੜਾ ਮੋਟਾ ਸਵੇਰੇ ਸ਼ਾਮ ਸਿੰਘ ਸਕਦੇ ਨੇ। ਤੇ ਅੱਜ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਪਰਿਵਾਰ ਸਮੇਤ, ਸਤਿਗੁਰੂ ਪਾਤਸ਼ਾਹ ਪਰਿਵਾਰ ਸਮੇਤ 20 ਦਸੰਬਰ ਦੀ ਰਾਤ ਨੂੰ, 6 ਪੋਹ ਦੀ ਰਾਤ ਨੂੰ ਆਨੰਦਪੁਰ ਸਾਹਿਬ ਨੂੰ ਖਾਲੀ ਕਰਦੇ ਨੇ। ਇੱਥੋਂ ਫਿਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਰਸਾ ਦੇ ਕੰਢੇ ਤੇ ਪਹੁੰਚਦੇ ਨੇ। ਇੱਥੇ ਜੰਗ ਹੁੰਦੀ ਹੈ, ਪਰਿਵਾਰ ਦਾ ਵਿਛੋੜਾ ਪੈਂਦਾ ਹੈ। ਮਹਾਰਾਜ ਇੱਥੋਂ ਫਿਰ ਚਮਕੌਰ ਵੱਲ ਨੂੰ ਜਾਂਦੇ ਨੇ।
ਚਮਕੌਰ ਦੀ ਉਹ ਸਾਰੀ ਗੜੀ ਦਾ ਇਤਿਹਾਸ, ਇਹ ਸਾਰੀਆਂ ਵਿਚਾਰਾਂ ਜੋ ਰਾਤ ਨੂੰ ਦੀਵਾਨ ਹੈ ਉਹਦੇ ਵਿੱਚ ਦਾਸ ਨੇ ਇੱਥੋਂ ਅਗਲੇਰਾ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕਰਨਾ। ਜਿੱਦਾਂ ਹੁਣ ਤੁਸੀਂ ਹਾਜ਼ਰੀਆਂ ਭਰ ਕੇ ਜੀਵਨ ਸਫਲਾ ਕਰ ਰਹੇ ਹੋ, ਇਸੇ ਤਰ੍ਹਾਂ ਰਾਤ ਦੇ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਤੁਸੀਂ ਆਪਣਾ ਜਿਹੜਾ ਜੀਵਨ ਹੈ ਸਫਲਾ ਬਣਾਉਣਾ ਹੈ। ਅਗਲੇਰਾ ਇਤਿਹਾਸ ਜਿਹੜਾ ਹੈ ਉਹ ਸਰਵਣ ਕਰਨਾ ਹੈ। ਅਸੀਂ ਬੜੇ ਭਾਗਾਂ ਵਾਲੇ ਹਾਂ, ਸਾਨੂੰ ਸਾਡੇ ਗੁਰੂ ਨੇ ਏਡੇ ਅਮੀਰ ਵਿਰਸੇ ਦਾ ਜਿਹੜਾ ਹੈ ਉਹ ਵਾਰਸ ਬਣਾਇਆ, ਏਡਾ ਅਮੀਰ ਵਿਰਸਾ ਸਾਨੂੰ ਦਿੱਤਾ। ਹਮ ਤਨਵੰਤ ਭਾਗਟ ਸਚ ਨਾਏ, ਹਰ ਗੁਣ ਗਾਏ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਿਦਾਨਾ। ਕਿੱਦਾਂ ਮਹਾਰਾਜ ਆਨੰਦਪੁਰ ਤੋਂ ਨਿਕਲਦੇ ਨੇ, ਕਿੱਦਾਂ ਸਤਿਗੁਰੂ ਪਾਤਸ਼ਾਹ ਅਗਲੇਰਾ ਪੜਾ ਕਰਦੇ ਨੇ, ਇਹ ਸਾਰੀਆਂ ਵਿਚਾਰਾਂ ਦਾਸ ਆਉਣ ਵਾਲੇ ਸਮੇਂ ਦੇ ਵਿੱਚ ਸਾਂਝੀਆਂ ਕਰੇਗਾ। ਕਿਆ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ, जो तूने पर उपकार किए, एक खालस खालसा पंथ सजा, जातों के भेद निकाल दिए, इस तेग के बेटे तेग पकड़, दुखियों के काट जंजाल दिए, इस वतन और मुल्क की खिदमत में कहीं बाप दिया कहीं लाल दिए, कहीं बाप दिया कहीं लाल दिए। इन्नियां बेनतियां प्रवान करनियां। कथा करदियां, गुरमत दी विचार करदियां, एक नहीं बेअंत भुल्लां गलतियां होईयां हन। वाहिगुरू सारियां नूं चढ़दी कला बख्शण। बाणी पढ़िए, रब की भगती करिए, सहज पाठ करिए। फतेह बुलाओ जी। वाहिगुरू जी का खालसा, वाहिगुरू जी की फतेह।